ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਕੇ ਟੀਵੀ ਚੈਨਲ 858 ਉੱਤੇ ਸਵਾਗਤ ਕਰਦੇ ਹਾਂ। ਅੱਜ ਆਪ ਜੀ ਨੂੰ ਬੜੀ ਖੁਸ਼ੀ ਹੈ ਕਿ ਸੰਤ ਬਾਬਾ ਨਿਰਮਲ ਦਾਸ ਜੀ, ਡੇਰਾ ਬਾਬਾ ਪ੍ਰੀਤਮ ਦਾਸ ਜੀ, ਬਾਬਾ ਜੌੜੇ, ਰਾਏਪੁਰ ਰਸੂਲਪੁਰ, ਪੰਜਾਬ ਤੋਂ ਸਟੂਡੀਓ ਦੇ ਵਿੱਚ ਆਏ ਹੋਏ ਹਨ। ਤੋਂ ਵੱਡੇ ਭਾਗਾਂ ਦੇ ਨਾਲ ਆਪਾਂ ਉਹਨਾਂ ਦੇ ਨਾਲ ਥੋੜ੍ਹੇ ਵਚਨ ਵਿਚਾਰ ਕਰਾਂਗੇ। ਤੋਂ ਬਾਬਾ ਜੀ, ਆਪ ਜੀ ਦਾ ਸਟੂਡੀਓ ਵਿੱਚ ਆਇਆਂ ਦਾ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਨਿਰਮਲ ਦਾਸ ਜੀ ਦਾਸ ਦੇ ਬਹੁਤ ਦੇਰਾਂ ਤੋਂ ਬਾਬਾ ਜੀ ਦੇ ਨਾਲ ਸੰਯੋਗ ਹਨ, ਕਿਉਂਕਿ ਰਾਏਪੁਰ ਜੋ ਹੈ ਉਹ ਪਿੰਡ ਸਾਡਾ ਨਾਨਕਾ ਪਿੰਡ ਹੈ। ਤੋਂ ਬਚਪਨ ਤੋਂ ਹੀ ਸਾਡਾ ਉੱਥੇ ਆਉਣਾ ਜਾਣਾ ਰਿਹਾ ਹੈ ਔਰ ਬਾਬਾ ਜੀ ਦੇ ਇਸ ਡੇਰੇ ਦੇ ਅਸੀਂ ਬਹੁਤ ਦੇਰ ਤੋਂ ਦਰਸ਼ਨ ਕਰਦੇ ਆ ਰਹੇ ਹਾਂ। ਔਰ ਖਾਸ ਕਰਕੇ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ, ਜਿਨ੍ਹਾਂ ਦੇ ਨਾਲ ਸਾਡਾ ਬਹੁਤ ਪਿਆਰ ਬਣਿਆ ਔਰ ਉਹ ਤਕਰੀਬਨ 70 ਦੇ ਵਿੱਚ ਬਾਬਾ ਜੀ ਜਦੋਂ ਇੱਥੇ ਆਏ ਸੀ, ਉਹਨਾਂ ਦੇ ਨਾਲ ਬੜਾ ਪਿਆਰ ਬਣਦਾ ਰਿਹਾ, ਕੀਰਤਨ ਕਰਦੇ ਰਹੇ ਹਾਂ। ਔਰ ਉਹਨਾਂ ਤੋਂ ਬਾਅਦ ਸੰਤ ਬਾਬਾ ਨਿਰਮਲ ਦਾਸ ਜੀ ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਪਿਆਰ ਬਣਿਆ ਰਿਹਾ ਔਰ ਸਾਨੂੰ ਬਾਬਾ ਜੀ ਬੜੇ ਪਿਆਰ ਦੇ ਨਾਲ ਨਿਵਾਜਦੇ ਰਹੇ ਹਨ। ਤੋ ਆਓ ਅੱਜ ਆਪਾਂ ਬਾਬਾ ਜੀ ਦੇ ਨਾਲ ਥੋੜ੍ਹੇ ਵਿਚਾਰ ਕਰੀਏ। ਬਾਬਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜਿੱਥੇ ਆਪ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਦੇ ਪ੍ਰਧਾਨ ਹਨ ਔਰ ਬੜੀ ਦੇਰਾਂ ਤੋਂ ਤਕਰੀਬਨ 2005 ਤੋਂ ਆਪ ਜੀ ਪ੍ਰਧਾਨਗੀ ਕਰਦੇ ਆ ਰਹੇ ਹੋ। ਤੋ ਆਪ ਬਾਬਾ ਜੀ ਡੇਰੇ ਦੇ ਵਿੱਚ ਬੜੇ ਦੇਰਾਂ ਤੋਂ ਚੱਲ ਰਿਹਾ ਦਾਸ, ਉੱਥੇ ਆਉਣਾ ਜਾਂਦਾ ਰਿਹਾ, ਬੜੀ ਡਿਵੈਲਪਮੈਂਟ ਹੋਈ ਹੈ। ਆਪ ਜੀ ਸੰਗਤ ਨਾਲ ਸਾਂਝ ਪਾਓ, ਆਪ ਜੀ ਡੇਰੇ ਦੇ ਵਿੱਚ ਜੋ ਪ੍ਰੋਗਰਾਮ ਚੱਲਦਾ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਗਰਾਮ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਸਭ ਤੋਂ ਪਹਿਲੇ ਅਸੀਂ ਧੰਨਵਾਦੀ ਹਾਂ ਕੇ ਟੀਵੀ ਚੈਨਲ 858 ਦੇ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ ਸੰਗਤਾਂ ਤਾਈਂ, ਉਹਨਾਂ ਦੀ ਸੁਵਿਧਾ ਤਾਈਂ ਔਰ ਉਹਨਾਂ ਦੇ ਜੋ ਸਾਡੇ ਹਿੰਦੁਸਤਾਨ ਦੇ, ਵਰਲਡ ਦੇ ਜੋ ਪ੍ਰੋਜੈਕਟ ਹੈ, ਜੋ ਉਹਨਾਂ ਦੀਆਂ ਕਮੀਆਂ ਹੈ, ਜੋ ਉਹਨਾਂ ਦੀਆਂ ਪ੍ਰਾਪਤੀਆਂ ਹੈ, ਉਹਦੇ ਦੱਸਣ ਵਾਸਤੇ ਆਪ ਜੀ ਨੇ ਵੱਡਾ ਉਪਰਾਲਾ ਕੀਤਾ ਹੈ। ਤੋਂ ਮੈਂ ਸਾਰੀ ਟੀਮ ਨੂੰ ਔਰ ਸਾਰੇ ਹੀ ਜੋ ਇਸ ਵਿੱਚ ਕੰਮ ਕਰ ਰਹੇ ਹਨ ਕਰਮਚਾਰੀ, ਸਾਰਿਆਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ। ਔਰ ਸਭ ਤੋਂ ਜ਼ਿਆਦਾ ਉਸ ਮਾਲਕ ਦਾ ਕਰਦਾ ਜਿਸ ਮਾਲਕ ਨੇ ਸਾਨੂੰ ਇਹ ਸਭ ਕੁਝ ਦਿੱਤਾ। ਸੋ ਕੋ ਵਿਸਰੇ ਜਿਨ ਸਭ ਕੁਝ ਦੀਆ, ਸੋ ਕੋ ਵਿਸਰੇ ਜਿਨ ਜੀਵਨ ਜੀਆ। ਸਾਨੂੰ ਐਡੀ ਵੱਡੀ ਵਸਤੂ ਦਿੱਤੀ ਹੈ, ਤੋਂ ਮੈਂ ਸਭ ਤੋਂ ਜ਼ਿਆਦਾ ਉਸ ਮਾਲਕ ਦਾ ਵੀ ਧੰਨਵਾਦ ਕਰਦਾ ਹਾਂ। ਤੋਂ ਸਾਰੀਆਂ ਸੰਗਤਾਂ ਨੂੰ, ਜੋ ਦੇਖ ਰਹੇ ਦਰਸ਼ਕ ਹੈ, ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਇਸ ਚੈਨਲ ਲਈ ਗੁਰੂ ਪਾਤਸ਼ਾਹ ਜੀ ਦੀ ਇਹ ਮਹਾਨ ਕਿਰਪਾ ਹੋਈ ਹੈ, ਸਾਨੂੰ ਇੱਥੇ ਬੈਠ ਕੇ ਤੁਹਾਡੇ ਦਰਸ਼ਨ ਕਰਨ ਦਾ ਔਰ ਤੁਹਾਡੇ ਨਾਲ ਬੈਠ ਕੇ ਇਹ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ। ਔਰ ਜੋ ਆਪ ਜੀ ਨੇ ਆਪਣੇ, ਜੋ ਸਾਡੇ ਸਤਿਕਾਰਯੋਗ, ਬਹੁਤ ਹੀ ਤਪਸਵੀ ਔਰ ਬਹੁਤ ਹੀ ਸਿਮਰਨ ਵਾਲੇ, ਬੰਦਗੀ ਵਾਲੇ, ਜਿਨ੍ਹਾਂ ਨੇ ਸਾਰੀ ਉਮਰ ਗੁਰੂ ਚਰਨਾਂ ਦੇ ਨਾਲ ਆਪਣਾ ਮਨ ਜੋੜ ਕੇ ਔਰ 3 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਟਰਾਂਸਲੇਸ਼ਨ ਔਰ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਉਹਨਾਂ ਨੇ ਸੰਗਤਾਂ ਤੱਕ ਇਹ ਉਪਦੇਸ਼ ਬਖਸ਼ਿਸ਼ ਕੀਤਾ ਔਰ ਸੁਣਾਇਆ। ਔਰ ਬੜੀ ਘਾਲਣਾ ਘਾਲ ਕੇ, ਬੜੀ ਵੈਰਾਗਮਈ ਅਵਸਥਾ ਦੇ ਵਿੱਚ ਉਹਨਾਂ ਨੇ ਸਾਡੇ ਰਾਏਪੁਰ ਰਸੂਲਪੁਰ ਵਿਖੇ ਬਾਬੇ ਜੌੜੇ ਅਸਥਾਨ 'ਤੇ ਉਹਨਾਂ ਨੇ ਆਸਣ ਲਗਾਇਆ 1952 ਦੇ ਵਿੱਚ, ਔਰ 89 ਤੱਕ ਉੱਥੇ ਇਸੇ ਤਰ੍ਹਾਂ ਬਿਰਾਜਮਾਨ ਰਹੇ ਔਰ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਰਹੇ। ਔਰ ਗੁਰੂ ਚਰਨਾਂ ਨੂੰ ਜੁੜ ਕੇ ਸਾਰੀਆਂ ਸੰਗਤਾਂ ਨੂੰ ਵੈਦਿਕ ਦਵਾਈਆਂ ਬੂਟੀਆਂ ਜੜੀਆਂ ਦੇ ਕੇ ਤੰਦਰੁਸਤ ਕਰਦੇ ਰਹੇ ਔਰ ਉਹਨਾਂ ਦਾ ਇਲਾਜ ਕਰਦੇ ਰਹੇ। ਫਿਰ ਬੱਚੇ, ਉਸ ਵੇਲੇ ਇੰਨਾ ਸਾਧਨ ਨਹੀਂ ਸੀ ਹੁੰਦਾ ਅਤੇ ਸਕੂਲਾਂ ਦੇ ਵਿੱਚ ਵਿੱਦਿਆ ਦਾ, ਅਤੇ ਉਹਨਾਂ ਨੇ ਰੇਤਾ ਇਸ ਤਰ੍ਹਾਂ ਵਿਛਾ ਕੇ ਤੋਂ ਪੰਜਾਬੀ ਪੜ੍ਹਾਉਣਾ ਸ਼ੁਰੂ ਕੀਤਾ, ਗੁਰੂ ਗ੍ਰੰਥ ਸਾਹਿਬ ਪੜ੍ਹਾਉਣਾ ਸ਼ੁਰੂ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਸੰਗਤਾਂ ਨੂੰ। ਆਪ ਬਾਹਰ ਬੈਠ ਜਾਣਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪ੍ਰਕਾਸ਼ ਕਰਕੇ ਅਤੇ ਸੰਗਤਾਂ ਨੂੰ ਉਪਦੇਸ਼ ਕਰਨਾ ਔਰ ਕੀਰਤਨ ਕਰਨਾ। ਅਤੇ ਉਹਨਾਂ ਨੇ ਸਾਰੀ ਉਮਰ ਆਪਣੀ, ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਚਰਨਾਂ ਦੇ ਨਾਲ ਆਪ ਜੁੜੇ, ਆਪ ਜਪੇ ਅਵਰਾ ਨਾਮ ਜਪਾਵੇ, ਇਹ ਉਹਨਾਂ ਦੀ ਅਵਸਥਾ ਸੀ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ।
ਔਰ ਬੜੇ ਤਿਆਗੀ ਮਹਾਂਪੁਰਸ਼ ਹੋਏ ਆ, ਬੜੇ ਵੈਰਾਗੀ ਮਹਾਂਪੁਰਸ਼ ਹੋਏ ਆ, ਔਰ ਜਿਨ੍ਹਾਂ ਦੀ ਜ਼ੁਬਾਨ ਦੇ ਉੱਪਰ ਪ੍ਰਭ ਜੀ ਵਸੇ ਸਾਧ ਕੀ ਰਸਨਾ। ਤੋ ਮਹਾਰਾਜ ਦੇ ਉਹਨਾਂ ਮਹਾਂਪੁਰਸ਼ਾਂ ਦੀ ਰਸਨਾ 'ਤੇ ਪਰਮਾਤਮਾ ਦਾ ਹਰ ਸਮੇਂ ਨਿਵਾਸ ਰਹਿੰਦਾ ਸੀ। ਜੋ ਬਚਨ ਕਰਦੇ ਸੀ ਉਹ ਪੂਰਾ ਹੋ ਜਾਂਦਾ ਸੀ। ਤੋ ਮਹਾਰਾਜ ਕਹਿੰਦੇ ਕਿ ਸੂਰਬੀਰ ਬਚਨ ਕੇ ਬਲੀ। ਤੋ ਮਹਾਂਪੁਰਸ਼ ਸਾਡੇ ਬਚਨ ਦੇ ਬਲੀ ਹੋਏ ਔਰ ਉਹਨਾਂ ਨੇ ਆਪ ਜਪਿਆ, ਸੰਗਤਾਂ ਨੂੰ ਜੋੜਿਆ। ਤੋ ਉਸ ਸਥਾਨ 'ਤੇ ਬੈਠ ਕੇ ਉਹਨਾਂ ਨੇ ਸਥਾਨ ਨੂੰ ਬਣਾਇਆ ਔਰ ਬਹੁਤ ਵਿਸ਼ਾਲ ਉਸ ਤੀਰਥ ਸਥਾਨ ਬਣਾਇਆ, ਇੱਕ ਸਰੋਵਰ ਤਿਆਰ ਕੀਤਾ ਔਰ ਫਿਰ ਮਹਾਰਾਜ ਦਾ ਪ੍ਰਕਾਸ਼ ਉਹਨਾਂ ਨੇ ਬਹੁਤ ਸੁੰਦਰ ਕਮਰਾ ਤਿਆਰ ਕਰਕੇ, ਫਿਰ ਹਾਲ ਕਮਰਾ ਤਿਆਰ ਕਰਕੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਤੋ ਹਰ ਸਮੇਂ ਗੁਰੂ ਚਰਨਾਂ ਦੇ ਨਾਲ ਆਪ ਜੁੜੇ ਔਰ ਸੰਗਤਾਂ ਨੂੰ ਜੋੜਿਆ। ਉਹ ਸਥਾਨ ਹੈ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ ਸਥਾਨ, ਰਾਏਪੁਰ ਰਸੂਲਪੁਰ, ਜਲੰਧਰ ਤੋਂ 6 ਕਿਲੋਮੀਟਰ ਇਹ ਸਥਾਨ ਹੈ। ਤੋ ਜਿੱਥੇ ਮਹਾਰਾਜ ਨੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਕੀਤਾ ਔਰ ਸਾਨੂੰ ਵੀ ਉੱਥੋਂ ਹੀ ਸਾਰਾ ਕੁਛ ਮਿਲਿਆ। ਉਹਨਾਂ ਦੇ ਕਿਰਪਾ ਕੀਤੀ, ਸਾਨੂੰ ਆਪਣੀ ਸੇਵਾ ਬਖਸ਼ ਕੀਤੀ ਔਰ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਆਪਣੀ ਸੇਵਾ ਕਰਨ ਦਾ। ਅੱਜ ਤੁਹਾਡੇ ਵਿੱਚ ਅਸੀਂ ਤੁਹਾਡੇ ਨਾਲ ਦਰਸ਼ਨ ਕਰ ਰਹੇ ਹਾਂ ਔਰ ਤੁਹਾਡੇ ਬਚਨ ਸੁਣ ਰਹੇ ਹਾਂ ਔਰ ਸੰਗਤਾਂ ਦੇ ਦਰਸ਼ਨ ਕਰਦੇ ਹਾਂ। ਬਾਬਾ ਜੀ, ਆਪ ਜੀ ਨੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਗੱਲ ਕੀਤੀ ਔਰ ਆਪ ਜੀ ਨੇ ਜੋ ਉਹਨਾਂ ਦੇ ਬਾਰੇ ਬਚਨ ਕੀਤੇ, ਇਸ ਦਾਸ ਦਾ ਇੱਕ ਪਰਸਨਲ ਐਕਸਪੀਰੀਅੰਸ ਹੈ। ਸਾਧ ਬੋਲੇ ਸਾਈ ਸੁਭਾਏ, ਸਾਧ ਦਾ ਬੋਲਿਆ ਬਿਰਥਾ ਨਾ ਜਾਏ। ਔਰ ਦਾਸ ਦੀ ਇਹ ਪਰਸਨਲ ਐਕਸਪੀਰੀਅੰਸ ਹੋਇਆ। ਛੋਟੇ ਬ੍ਰਦਰ ਦੇ 12 ਸਾਲਾਂ ਤੱਕ ਕੋਈ ਬੱਚੇ ਨਹੀਂ ਸੀਗਾ। ਤਾਂ ਸੰਤ ਬਾਬਾ ਜੀ ਜਦੋਂ 1988 ਦੇ ਵਿੱਚ ਇੱਥੇ ਆਏ ਤਾਂ ਉਹਨਾਂ ਦੇ ਪਾਸ ਬੇਨਤੀ ਕੀਤੀ, ਅਰਦਾਸ ਕੀਤੀ ਸੰਤ, ਔਰ ਬਾਬਾ ਜੀ ਨੇ ਘਰ ਆ ਕੇ ਲੰਗਰ ਛਕਿਆ, ਸੰਗਤ ਨੂੰ ਪ੍ਰਸ਼ਾਦਾ ਛਕਾਇਆ ਔਰ ਬਾਅਦ ਦੇ ਵਿੱਚ ਉਹਨਾਂ ਪਾਸ ਬੇਨਤੀ ਕੀਤੀ, ਬਾਬਾ ਜੀ ਬੱਚਿਆਂ ਵੱਲ ਦੇਖੋ। ਤਾਂ ਬਾਬਾ ਜੀ ਦੇ ਬਚਨ ਸੰਗ ਜੀ, ਡਾਕਟਰ ਜੀ ਦੇਰ ਹੈ ਅੰਧੇਰ ਨਹੀਂ, 2 ਫਲ ਹਨ। ਵਾਹ ਭਈਆ, ਮਹਾਰਾਜ ਦੇ 2 ਫਲ ਹਨ ਜੀ, ਤੇ ਮਹਾਰਾਜ ਬਖਸ਼ਿਸ਼ ਕਰਨਗੇ। ਉਹਨਾਂ ਦੇ ਸਹਿਜ ਭਾਵ ਬਚਨ ਸੰਗ ਜੀ, ਤੇ ਉਹ ਫਿਰ ਬਾਬਾ ਜੀ 1 ਸਾਲ ਬਾਅਦ ਉਹਨਾਂ ਦੇ ਘਰ ਜੋੜਿਆਂ ਨੇ ਜੰਮ ਲਿਆ। ਵਾਹ ਭਈਆ। ਤੋ ਆਪ ਜੀ ਨੇ ਜਿਵੇਂ ਬਚਨ ਕੀਤੇ ਹਨ, ਉਹ ਮਹਾਂਪੁਰਸ਼ ਸਨ ਜਿਨ੍ਹਾਂ ਦੇ ਬਚਨ ਹਮੇਸ਼ਾ ਪੱਕੇ ਹੋਇਆ ਕਰਦੇ ਸਨ। ਸੰਤ ਕਾ ਸੰਗ ਨਾ ਬਿਰਥਾ ਜਾਏ। ਹਾਂਜੀ, ਤੋ ਬੜੀ ਖੁਸ਼ੀ ਹੈ ਬਾਬਾ ਜੀ, ਆਪ ਜੀ ਹਰ ਸਾਲ ਉੱਥੇ ਸਮਾਗਮ ਲਾਉਂਦੇ ਹੋ ਬਾਬਾ ਜੀ ਦੀ ਯਾਦ ਦੇ ਵਿੱਚ, ਜਿਹੜਾ ਮੇਰੇ ਖਿਆਲ 15 ਜਾਂ 16 ਮਈ ਨੂੰ ਆਪ ਜੀ ਉੱਥੇ ਕਰਾਉਂਦੇ ਹੋ ਔਰ ਸੰਤ ਜਨ ਇਕੱਠੇ ਹੁੰਦੇ ਹਨ। ਉੱਥੇ ਬਹੁਤ ਵੱਡਾ ਸਮਾਗਮ ਹੋਇਆ ਕਰਦਾ। ਹਰ ਸਾਲ ਆਪ ਜੀ ਉੱਥੇ ਇਹ ਡੇਰੇ ਸਮਾਗਮ ਕਰਾਉਂਦੇ ਹੋ, ਜਿੱਥੇ ਹਮੇਸ਼ਾ ਹੀ ਅਖੰਡ ਪਾਠ ਸਾਹਿਬ ਜੀ ਚੱਲਦੇ ਹਨ। ਹਾਂਜੀ ਬਾਬਾ ਜੀ, ਕੋਈ 4-5 ਸਾਲ ਪਿੱਛੇ ਜਦੋਂ ਪੰਜਾਬ ਦੇ ਵਿੱਚ ਥੋੜ੍ਹੀ ਗੜਬੜ ਹੋਈ ਸੀਗੀ, ਤਾਂ ਉਦੋਂ ਆਪ ਜੀ ਦੇ ਡੇਰੇ ਵਿਖੇ ਬੜਾ ਥੋੜ੍ਹਾ ਜਿਹਾ ਪ੍ਰੋਬਲਮ ਹੋਇਆ ਸੀ ਕਿ ਗੁਰੂ ਮਹਾਰਾਜ ਦੇ ਸਰੂਪ ਇੱਥੋਂ ਚੱਕ ਦਿੱਤੇ ਜਾਣ। ਤਾਂ ਬਾਬਾ ਜੀ ਨੇ ਇਸ ਦੁਆਰੇ ਇਹ ਗੱਲ ਕਹੀ ਸੀ ਕਿ ਅਗਰ ਕਿਸੇ ਨੇ ਗੁਰੂ ਮਹਾਰਾਜ ਦੇ ਸਰੂਪ ਇੱਥੋਂ ਚੁਕਾਉਣੇ ਹਨ ਤਾਂ ਸਾਡੀ ਪਹਿਲੋਂ ਬੋਡੀ ਦੇ ਉੱਤੇ ਜਾਣਾ ਪਏਗਾ। ਕਹਿਣ ਦਾ ਭਾਵ ਸੀਗਾ ਕਿ ਉਹਨਾਂ ਨੂੰ ਸਾਨੂੰ ਪਹਿਲੋਂ ਖਤਮ ਕਰਨਾ ਪਏਗਾ, ਇਸ ਤੋਂ ਬਾਅਦ ਹੀ ਗੁਰੂ ਮਹਾਰਾਜ ਦੇ ਸਰੂਪ ਇੱਥੋਂ ਚੱਕ ਸਕਦੇ ਹੋ। ਇਹ ਬਾਬਾ ਜੀ ਦਾ ਗੁਰੂ ਮਹਾਰਾਜ ਦੀ ਸ਼ਰਧਾ ਸੀ, ਪਿਆਰ ਸੀ ਔਰ ਮਹਾਰਾਜ ਦਾ ਯਕੀਨ ਸੀ ਗੁਰੂ ਮਹਾਰਾਜ ਦਾ। ਤਾਂ ਬਾਬਾ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਬਚਨ ਕਰਕੇ ਉਹ ਉਸ ਵਕਤ ਪੰਜਾਬ ਦੇ ਵਿੱਚ ਜੋ ਹਲਚਲ ਹੋਈ ਸੀ ਉਸ ਦੇ ਵਿੱਚ ਆਪ ਜੀ ਨੇ ਬੜੀ ਸ਼ਾਂਤੀ ਉਦੋਂ ਦਾ ਭਾਵ ਫਿਰ ਬਾਅਦ ਵਿੱਚ ਹੋਇਆ ਸੀਗਾ। ਇਹ ਬਾਬਾ ਜੀ ਦੇ ਉਸ ਵਕਤ ਦੇ ਬਚਨ ਹਨ। ਤੋ ਬਾਬਾ ਜੀ, ਆਪ ਜੀ ਜੋ ਉੱਥੇ ਇੱਕ ਹੌਸਪੀਟਲ ਵੀ ਚਲਾ ਰਹੇ ਹੋ, ਆਪ ਜੀ ਉਹ ਹਸਪਤਾਲ ਇਸ ਬਾਰੇ ਦੱਸ ਸਕਦੇ ਹੋ? ਕਦੋਂ ਤੋਂ ਸ਼ੁਰੂ ਹੋਇਆ, ਕਿਸ ਤਰ੍ਹਾਂ ਸ਼ੁਰੂ ਹੋਇਆ, ਕਿਸ ਤਰ੍ਹਾਂ ਉਹਦਾ ਆਰੰਭਤਾ ਹੋਈ ਸੀਗੀ? ਹਾਂ, ਉਹ ਮਹਾਂਪੁਰਸ਼ਾਂ ਦਾ ਸੁਪਨਾ ਸੀ ਕਿ ਜਿਸ ਤਰ੍ਹਾਂ ਸੰਗਤ ਨੇ ਉਹਨਾਂ ਨੂੰ ਪਿਆਰ ਦਿੱਤਾ ਤਾਂ ਸੰਗਤਾਂ ਨੇ ਪ੍ਰੇਰਨਾ ਦੇ ਨਾਲ ਮਹਾਰਾਜ ਜੀ ਨੇ ਪਹਿਲਾਂ 1984 ਦੇ ਵਿੱਚ ਉਹਦਾ ਨੀਂਹ ਪੱਥਰ ਰੱਖਿਆ ਔਰ ਜਿਸ ਵੇਲੇ 84 ਦੇ ਵਿੱਚ ਨੀਂਹ ਪੱਥਰ ਰੱਖਣਾ ਮਹਾਰਾਜ ਜੀ ਨੇ ਉਹ ਜੋ ਡੇਟ ਸੀ ਫਿਕਸ ਕੀਤੀ ਅਤੇ ਉਹ 84 ਅਟੈਕ ਹੋ ਗਿਆ ਹਰਿਮੰਦਰ ਸਾਹਿਬ 'ਤੇ। ਤੋ 6 ਜੂਨ ਨੂੰ 4 ਤੋਂ 6 ਜੂਨ ਤੱਕ ਉਹ ਸਮਾਗਮ ਸੀ। ਅਤੇ ਉਸ ਵੇਲੇ ਸ਼ਹੀਦੀ ਗੁਰਪੁਰਬ 'ਤੇ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ ਅਤੇ ਕੋਈ ਨੀਂਹ ਪੱਥਰ ਰੱਖਣ ਵਾਸਤੇ ਨਹੀਂ ਆਇਆ। ਤਾਂ ਬਾਬਾ ਜੀ ਨੇ ਆਪ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਤੇ ਉਸ ਹੌਸਪੀਟਲ ਦਾ ਨੀਂਹ ਪੱਥਰ ਰੱਖਿਆ, ਜਿਹਦਾ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ 'ਤੇ ਉਹ ਡਿਸਪੈਂਸਰੀ ਟਾਈਪ ਅਸੀਂ ਰੱਖਿਆ ਸੀ, ਜੋ 1 ਏਕੜ ਦੇ ਵਿੱਚ ਬਣਾਇਆ ਸੀ ਰਾਏਪੁਰ ਦੇ ਵਿੱਚ। ਤੋ ਮਹਾਰਾਜ ਦੇ ਨਾਮ 'ਤੇ, ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਨਾਮ 'ਤੇ ਉਹ ਸ਼ੁਰੂ ਕੀਤਾ ਸੀ। ਤੋ ਜਿਸ ਵੇਲੇ ਬਣ ਗਿਆ ਤਾਂ ਬਣ ਕੇ ਤਿਆਰ ਹੋਇਆ, ਥੋੜ੍ਹਾ ਚਿਰ ਚੱਲਦਿਆਂ ਨੂੰ ਹੋਇਆ ਅਤੇ ਮਹਾਰਾਜ ਦੀ ਕੋਈ ਸਿਹਤ ਕਮਜ਼ੋਰ ਹੋ ਗਈ
तो महाराज जी कहन लगे कि ये तू मेरे को ये चलाया नहीं जाना, तो मेरी सेहत ठीक नहीं, तो तू ये गौरमेंट ਨੂੰ ਦੇ ਦੇ। तो ਅਸੀਂ पंजाब गौरमेंट ਸਿਹਤ ਵਿਭਾਗ ਨੂੰ ਉਹ 1 ਏਕੜ ਜੋ ਵਿੱਚ ਬਣਾਇਆ ਹੋਇਆ ਬਿਲਡਿੰਗ ਵੀ ਸਾਰਾ ਕਮਰੇ ਦੀ ਬਣਾਈ। तो महाराज जी ने फिर ਉਹਨਾਂ ਦੇ ਕਹਿਣ ਦੇ ਨਾਲ ਅਸੀਂ पंजाब ਸਿਹਤ ਵਿਭਾਗ ਨੂੰ ਉਹ ਬਿਲਡਿੰਗ ਜੋ ਦੇ ਦਿੱਤੀ, ਔਰ ਨਾਲ ਹੀ ਜਿਤਨਾ ਬਣਾਇਆ ਹੋਇਆ ਸਾਰਾ ਰਜਿਸਟਰੀ ਕਰ ਦਿੱਤਾ। तो महाराज ਇਹ ਉਹਨਾਂ ਦੇ ਅੰਦਰ ਇੱਕ ਸੰਕਲਪ ਸੀ ਕਿ ਅਸੀਂ ਲੋਕ ਸੇਵਾ ਕਰੀਏ, ਪਬਲਿਕ ਦੀ ਸੇਵਾ ਕਰੀਏ, ਕੋਈ ਦਵਾਈਆਂ ਬੂਟੀਆਂ ਦੇ ਕੇ ਜਾਂ ਉਸ ਤਰ੍ਹਾਂ, ਪਰ ਉਹ ਕਰ ਨਹੀਂ ਸਕੇ। ਉਸ ਤੋਂ ਬਾਅਦ ਫਿਰ ਉਹਨਾਂ ਦਾ ਇਹ ਸੰਕਲਪ ਸੀ, तो ਦਾਸ ਨੇ ਫਿਰ ਉਹ ਸੰਕਲਪ ਪੂਰਾ ਕੀਤਾ ਬਾਬਾ ਜੀ ਦਾ, ਜੋ ਸਾਡੇ ਇਸ ਵੇਲੇ 7 ਏਕੜ ਦੇ ਵਿੱਚ 7-8 ਏਕੜ ਦੇ ਵਿੱਚ ਬਿਲਡਿੰਗ ਬਣੀ ਹੋਈ ਹੈ, ਔਰ ਆਸੇ ਪਾਸੇ ਕਾਫੀ ਜਗ੍ਹਾ ਹੋਰ ਵਾਸਤੇ ਰੱਖੀ ਸੀ ਵੀ ਉੱਥੇ ਮੈਡੀਕਲ ਕਾਲਜ ਵਗੈਰਾ ਬਣਾਵਾਂਗੇ। ਪਰ ਕਈ ਪਰੇਸ਼ਾਨੀਆਂ ਹੋਣ ਕਰਕੇ, ਕਈ ਰੁਕਾਵਟਾਂ ਹੋਣੇ ਕਰਕੇ ਮੈਡੀਕਲ ਕਾਲਜ ਤਾਂ ਨਹੀਂ ਬਣਿਆ, ਪਰ ਉਹ ਹੌਸਪੀਟਲ ਇਸ ਵੇਲੇ ਚੱਲ ਰਿਹਾ, ਜਰਨਲੀ ਹੌਸਪੀਟਲ ਚੱਲ ਰਿਹਾ। तो ਬਾਬਾ ਜੀ ਦੀ ਕਿਰਪਾ ਦੇ ਨਾਲ ਜਿਸ ਵੇਲੇ 1999 'ਚ ਖਾਲਸਾ ਸਿਰਜਣਾ 'ਤੇ ਉਹਦਾ 303 ਅਖੰਡ ਪਾਠ ਰਖਾ ਕੇ ਅਸੀਂ ਬੜੇ ਮਹਾਂਪੁਰਸ਼ਾਂ ਨੂੰ ਬੁਲਾ ਕੇ ਔਰ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਉਹਦਾ ਨੀਂਹ ਪੱਥਰ ਰੱਖਿਆ। ਅੱਜ ਮਾਲਕ ਦੀ ਕਿਰਪਾ ਹੈ, ਉਸ ਹੌਸਪੀਟਲ ਵਿੱਚ ਸਾਰੀਆਂ ਹੀ ਜੋ ਆਪਣੇ ਮਸ਼ੀਨਰੀ ਹੈ ਔਰ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ, ਖਾਸ ਕਰਕੇ ਅੱਖਾਂ ਦਾ ਔਰ ਡੈਂਟਲ ਦਾ, ਮਤਲਬ ਦੰਦਾਂ ਦਾ। ਉਹ ਖਾਸ ਕਰਕੇ ਅਸੀਂ ਸਾਲ ਦੇ ਵਿੱਚ 4 ਕੈਂਪ ਲਗਾਉਂਦੇ ਹਾਂ। 1-2 ਕੈਂਪ ਡੈਂਟਲ ਦੇ, ਅੱਖਾਂ ਆਪਣੇ ਦੰਦਾਂ ਦੇ ਲੱਗਦੇ ਆ, ਅਤੇ 4 ਕੈਂਪ ਸਾਡੇ ਇਹ ਅੱਖਾਂ ਦੇ ਲੱਗਦੇ ਆ। ਇਹ 2002 ਤੋਂ ਇਹ ਅਸੀਂ ਕੈਂਪ ਸ਼ੁਰੂ ਕੀਤੇ ਸੀ, ਅੱਜ ਤੱਕ ਉਹ ਲਗਾਤਾਰ ਚੱਲ ਰਿਹਾ ਮਾਲਕ ਦੀ ਕਿਰਪਾ ਦੁਆਰਾ। ਔਰ ਅਸੀਂ ਅਰਦਾਸ ਕਰਦੇ ਹਾਂ ਕਿ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਬਾਬਾ ਜੀ ਸਾਨੂੰ ਵੀ ਆਪ ਜੀ ਦੀ ਕਿਰਪਾ ਦੇ ਨਾਲ ਇਹਨਾਂ ਕੈਂਪਾਂ ਦੇ ਵਿੱਚ ਜਾ ਕੇ ਦਰਸ਼ਨ ਕਰਨ ਦਾ, ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਸਤਸੰਗ ਜੀ ਆਪ ਜੀ ਵੇਖੋਗੇ ਵੀ, ਆਪ ਜੀ ਨੂੰ ਵਿਖਾਲਿਆ ਵੀ ਜਾਵੇਗਾ ਕਿ ਕਿਹੋ ਜਿਹਾ ਉੱਥੇ ਸਿਸਟਮ ਹੈ, ਕਿਉਂਕਿ ਬਾਬਾ ਜੀ ਦਾ ਜੋ ਸਿਸਟਮ ਚਲਾਇਆ ਹੋਇਆ ਉਹ ਸਿਸਟਮ ਇੱਕ ਤਾਂ ਪ੍ਰੋਫੈਸ਼ਨਲ ਟੀਮ ਹੈ। ਹਰ ਇੱਕ ਪੇਸ਼ੈਂਟ ਦੀ ਉੱਥੇ ਅਸੈਸਮੈਂਟ ਹੁੰਦੀ ਹੈ ਜਦੋਂ ਉੱਥੇ ਆਉਂਦੇ ਹਨ। ਮੈਡੀਕਲ ਅਸੈਸਮੈਂਟ ਹੁੰਦੀ ਹੈ, ਸ਼ੂਗਰ ਚੈੱਕ ਹੁੰਦੀ ਹੈ, ਬਲੱਡ ਪ੍ਰੈਸ਼ਰ ਚੈੱਕ ਹੁੰਦਾ, ਹੋਰ ਸਾਰੀ ਮੈਡੀਕਲ ਕੰਡੀਸ਼ਨ ਚੈੱਕ ਹੁੰਦੀਆਂ ਹਨ। ਉਸ ਤੋਂ ਬਾਅਦ ਪੇਸ਼ੈਂਟ ਦੀ ਸਿਲੈਕਟ ਹੁੰਦੀ ਹੈ ਔਰ ਪੇਸ਼ੈਂਟ ਨੂੰ ਉੱਥੇ ਡਾਕਟਰ ਉਹਦੀਆਂ ਅੱਖਾਂ ਚੈੱਕ ਕਰਦੇ ਹਨ, ਆਪਟੀਸ਼ਨ ਜੋ ਹਨ, ਔਰ ਉਹਨਾਂ ਨੂੰ ਦੇਖਦੇ ਹਨ ਕਿ ਇਹਨਾਂ ਦੀ ਬਿਮਾਰੀ ਹੈ, ਜੇ ਲੈਂਸ ਪਾਉਣ ਵਾਲਾ ਲੈਂਸ ਪਾਉਣਾ, ਦੇ ਗਲੂਕੋਮਾ ਹੈ ਤਾਂ ਉਹਦਾ ਇਲਾਜ ਕਰਦੇ ਹਨ। ਅਗਰ ਉਹਨਾਂ ਦੀ ਕੰਡੀਸ਼ਨ ਖਰਾਬ ਹੈ ਤਾਂ ਉਹਨੂੰ ਐਡਵਾਈਸ ਦਿੱਤੀ ਜਾਂਦੀ ਹੈ। ਕਿਸੇ ਨੂੰ ਕਿਸੇ ਚੀਜ਼ ਦੇ ਵਿੱਚ ਉੱਥੇ ਫੋਰਸ ਨਹੀਂ ਕੀਤਾ ਜਾਂਦਾ। ਔਰ ਪੇਸ਼ੈਂਟ ਦੀ ਜੋ ਸਿਲੈਕਸ਼ਨ ਹੈ ਉਹ ਸਿਲੈਕਸ਼ਨ ਕਰਕੇ ਉਹਦੀ ਜਿਹੜੀ ਸ਼ੂਗਰ ਲੈਵਲ ਹੈ, ਬਲੱਡ ਪ੍ਰੈਸ਼ਰ ਹੈ, ਉਹ ਵੀ ਐਡਜਸਟ ਕੀਤਾ ਜਾਂਦਾ ਉੱਥੇ ਰੱਖ ਕੇ। ਔਰ ਉਸ ਤੋਂ ਬਾਅਦ ਜਿੰਨਾ ਚਿਰ ਪੇਸ਼ੈਂਟ ਦੀ ਸਿਲੈਕਸ਼ਨ ਨਾ ਹੋ ਜਾਵੇ, ਜਿੰਨਾ ਚਿਰ ਬਾਬਾ ਜੀ ਉਹਦੀ ਸਿਗਨੇਚਰ ਨਾ ਕਰ ਦੇਣ, ਕਿਉਂਕਿ ਰਿਸਪੋਂਸੀਬਿਲਿਟੀ ਹੈ ਪ੍ਰੋਪਰ, ਉਹ ਉਨਾ ਚਿਰ ਪੇਸ਼ੈਂਟ ਥੀਏਟਰ 'ਚ ਨਹੀਂ ਜਾਂਦਾ। ਔਰ ਬਾਬਾ ਜੀ ਖੁਦ ਉਹਨਾਂ ਪੇਸ਼ੈਂਟਾਂ ਦੀ ਉੱਥੇ ਤੱਕ ਜਿੰਨਾ ਚਿਰ ਉਹ ਥੀਏਟਰ 'ਚੋਂ ਬਾਹਰ ਨਹੀਂ ਆ ਜਾਂਦੇ ਆ ਔਰ ਰਿਕਵਰੀ 'ਤੇ ਨਹੀਂ ਜਾਂਦੇ, ਬਾਬਾ ਜੀ ਉੱਥੋਂ ਇੱਕ ਪਲ ਵੀ ਦੂਰ ਨਹੀਂ ਹੁੰਦੇ। ਹਰ ਇੱਕ ਕੰਮ ਬਾਬਾ ਜੀ ਦੀ ਨਿਗਰਾਨੀ 'ਚ ਹੁੰਦਾ। ਤਾਂ ਬਾਬਾ ਜੀ ਬੜੀ ਕਿਰਪਾ ਆਪ ਜੀ ਦੀ, ਕਿਉਂਕਿ ਜਿਤਨੇ ਵੀ ਉੱਥੇ ਆਪਰੇਸ਼ਨ ਆਪ ਪਿਛਲੇ ਦੇਖ ਲਓ 60 ਕੈਂਪਾਂ ਦੇ ਵਿੱਚ ਆਪਾਂ ਕਦੇ ਹਜ਼ਾਰ ਪੇਸ਼ੈਂਟ ਉੱਤੇ ਘੱਟੋ ਘੱਟ ਆਉਂਦਾ ਜੀ। ਅਤੇ 60,000 ਪੇਸ਼ੈਂਟ ਦੇ ਜੇ ਘੱਟੋ ਘੱਟ ਵੀ ਲਾਈਏ ਅਤੇ ਅੱਜ ਤਾਂ ਮਹਾਰਾਜ ਦੀ ਕਿਰਪਾ ਨਾਲ ਕਦੇ ਕੋਈ ਨੁਕਸਾਨ ਨਹੀਂ ਕੋਈ ਅੱਖ ਵੀ ਨਹੀਂ ਲਾਲ ਹੋਈ ਕਦੀ ਕਿਸੇ ਦੀ। ਤਾਂ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਕਿਉਂਕਿ ਬਾਬਾ ਜੀ ਪਹਿਲਾਂ ਉੱਥੇ ਅਰਦਾਸ ਕਰਦੇ ਹਨ, ਅਰਦਾਸ ਕੀਤੇ ਤੋਂ ਬਿਨਾਂ ਅੰਦਰ ਜਾਂਦੇ ਨਹੀਂ ਹਨ। ਔਰ ਇਹ ਮਹਾਂਪੁਰਸ਼ਾਂ ਦੀ ਜੋ ਬਹੁਤ ਵੱਡੀ ਦੇਣ ਹੈ। ਇੱਕ ਬਹੁਤ ਵੱਡਾ ਚਮਤਕਾਰ ਹੋਇਆ। ਪਹਿਲਾਂ ਤਾਂ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਡਾਕਟਰ ਸਾਹਿਬ, ਡਾਕਟਰ ਜਸਵੰਤ ਸਿੰਘ ਜੀ ਸੋਹਲ ਸਾਹਿਬ, ਇਹਨਾਂ ਦਾ ਇੱਕ ਡਿਪਾਰਟਮੈਂਟ ਸਾਡੇ ਉੱਥੇ ਬਣਿਆ ਹੋਇਆ, ਜਿਨ੍ਹਾਂ ਦੇ ਦੰਦ ਨਹੀਂ, ਕਿਉਂਕਿ ਬਜ਼ੁਰਗ ਲੋਕ ਜੋ ਹੈ ਨਾ ਉਹਦੇ ਨਾਲੋਂ ਜ਼ਿਆਦਾ ਬਿਮਾਰ ਰਹਿੰਦੇ ਆ ਦੰਦਾਂ ਦੇ ਕਰਕੇ। ਤਾਂ ਡਾਕਟਰ ਸਾਹਿਬ ਜਿਸ ਵੇਲੇ ਜਾਂਦੇ ਆ, ਸਾਲ ਦੇ ਵਿੱਚ 1-2 ਵਾਰ ਜਾਂਦੇ ਆ, ਉਸ ਵੇਲੇ ਕੈਂਪ ਲਗਾਉਂਦੇ ਆ। ਔਰ ਜਿਹੜੇ ਬਜ਼ੁਰਗ ਦੰਦ ਨਹੀਂ, ਜਿਨ੍ਹਾਂ ਬਜ਼ੁਰਗਾਂ ਦੇ, ਉਹਨਾਂ ਦਾ ਸਾਰਾ ਡੈਂਚਰ ਤਿਆਰ ਕਰਕੇ ਉਹਨਾਂ ਦੇ ਲਗਾ ਦਿੰਦੇ ਆ। ਔਰ ਜਦੋਂ ਵੀ ਜਾਂਦੇ ਆ ਇਹ ਇਸ ਤਰ੍ਹਾਂ ਦਾ ਪਹਿਲਾਂ ਕਾਰਜ ਕਰਦੇ ਆ। ਉਸ ਤੋਂ ਬਾਅਦ ਜੇ ਕੋਈ ਹੋਰ ਤਕਲੀਫ ਸਾਡੇ ਸਕੂਲ ਦੇ ਬੱਚੇ, ਆਸੇ-ਪਾਸੇ ਸਕੂਲਾਂ ਦੇ ਬੱਚੇ, ਉਹਨਾਂ ਨੂੰ ਇਕੱਠੇ ਕਰਕੇ ਅਤੇ ਉਹਨਾਂ ਦਾ ਵੀ ਟਰੀਟਮੈਂਟ ਫ੍ਰੀ ਕਰਦੇ ਆ। ਆਪਣੇ ਕੋਲੋਂ ਇੱਥੇ ਦਵਾਈਆਂ ਲਿਜਾ ਕੇ, ਆਪਣੇ ਕੋਲੋਂ ਸਾਰਾ ਕੁਛ ਲਿਜਾ ਕੇ ਉਹ ਬੱਚਿਆਂ ਦਾ ਟਰੀਟਮੈਂਟ ਕਰਦੇ ਆ ਔਰ ਬਜ਼ੁਰਗਾਂ ਦਾ ਕਰਦੇ ਆ। ਇੱਕ ਵਾਰ ਦੀ ਗੱਲ ਨਹੀਂ ਹੈ, ਇਹ 2000 ਆਪਣੇ 5-6 ਤੋਂ ਸ਼ੁਰੂ ਹੋਏ, ਅੱਜ ਤੱਕ ਮਾਲਕ ਦੀ ਕਿਰਪਾ ਉੱਥੇ ਇਹ ਟਰੀਟਮੈਂਟ ਕਰ ਰਹੇ ਆ, ਸਾਰਾ ਕੁਛ ਕਰ ਰਹੇ ਆ। ਅਤੇ ਆਪਣਾ ਨਹੀਂ ਦੱਸ ਰਹੇ ਡਾਕਟਰ ਸਾਹਿਬ ਵੀ, ਅਸੀਂ ਜਾ ਕੇ ਸੇਵਾ ਨਿਭਾਉਂਦੇ ਆ। ਅਤੇ ਕਿੰਨੇ ਇਹਨਾਂ ਦਾ ਇਹ ਕਿੰਨੇ ਪੈਸੇ ਲੱਗ ਜਾਣ, ਕਿਉਂਕਿ ਇੱਕ ਜਿਸ ਵੇਲੇ ਡੈਂਚਰ ਤਿਆਰ ਕਰਦੇ ਆ ਤਾਂ ਉਹਦਾ ਕੋਈ 5000 ਦੇ ਕਰੀਬ ਖਰਚਾ ਆਉਂਦਾ।
ਤੇ ਉਸ ਵਿੱਚ ਕੋਈ ਵੀ ਬਜ਼ੁਰਗ ਆ ਜਾਏ, ਕਿਸੇ ਨੂੰ ਵੀ ਲੋੜ ਹੈ, ਉਹ ਅਸੀਂ ਉਹਨਾਂ ਨੂੰ ਨੋਟ ਕਰ ਲੈਂਦੇ ਹਾਂ। ਨੋਟ ਕਰਕੇ ਹੌਲੀ ਹੌਲੀ ਜਿਹੜੇ ਸਿਲੈਕਟ ਕਰ ਜਾਂਦੇ ਆ, ਅਤੇ ਉਹ ਫਿਰ ਸਾਰੇ 1-2 ਮਹੀਨੇ ਦੇ ਵਿੱਚ ਸਾਰਿਆਂ ਦੇ ਬਜ਼ੁਰਗਾਂ ਦੇ ਲੱਗ ਜਾਂਦੇ ਆ। ਅਤੇ ਕਈਆਂ ਬਜ਼ੁਰਗਾਂ ਨੂੰ ਜਿਸ ਵੇਲੇ ਨਹੀਂ ਸੂਤ ਆਉਂਦਾ, ਔਰ ਦੂਸਰੀ ਵਾਰੀ ਫਿਰ ਜਾ ਕੇ ਉਹ ਲਗਾ ਕੇ ਆਉਂਦੇ ਆ। ਅਤੇ ਡਾਕਟਰ ਸਾਹਿਬ ਬੜਾ ਪਰਉਪਕਾਰ ਕਰਦੇ ਆ, ਕਿਉਂਕਿ ਇਹਨਾਂ ਦੀ ਇਹ ਜੋਬ ਆ। ਅਤੇ ਅਸੀਂ ਜਿੰਨਾ ਵੀ ਸਾਡਾ ਸਟਾਫ ਆ, ਸਾਰਾ ਇਹਨਾਂ ਦੇ ਉਦੇਸ਼ ਅਨੁਸਾਰ ਚੱਲਦਾ। ਜਿਸ ਤਰ੍ਹਾਂ ਉਹਨਾਂ ਨੂੰ ਇਹ ਬਖਸ਼ਿਸ਼ ਕਰਦੇ, ਜਿਸ ਤਰ੍ਹਾਂ ਉਹਨੂੰ ਸੇਧ ਦਿੰਦੇ ਆ, ਉਸੇ ਤਰ੍ਹਾਂ ਸਾਡੇ ਡਾਕਟਰ ਕਰਦੇ, ਟਰੀਟਮੈਂਟ ਕਰਦੇ ਆ। ਔਰ ਮੈਂ ਆਸ ਕਰਦਾ ਕਿ ਗੁਰੂ ਪਾਤਸ਼ਾਹ ਇਹਨਾਂ 'ਤੇ ਹਮੇਸ਼ਾ ਹੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣਾਈ ਰੱਖਣਗੇ। ਔਰ ਦੂਸਰਾ, ਜੋ ਅੱਖਾਂ ਦੀ ਗੱਲ ਕਰਦੇ ਆ, ਸਾਡੇ ਇੱਕ ਵਾਰ ਨਵੇਂ ਡਾਕਟਰ ਆਏ, ਅਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਜਿਸ ਵੇਲੇ ਕੈਂਪ ਸ਼ੁਰੂ ਕਰਨਾ ਜਾਂ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰਨਾ, ਸਰਜਰੀ ਸ਼ੁਰੂ ਕਰਨੀ ਹੈ, ਅਤੇ ਅਸੀਂ ਉਸ ਵੇਲੇ ਆਉਣਾ ਅਤੇ ਸਾਰੀ ਸੰਗਤ ਦੀ ਅਰਦਾਸ ਕਰਕੇ ਫਿਰ ਇਹ ਸ਼ੁਰੂ ਕਰਨਾ। ਪਰ ਉਹ ਨਵੇਂ ਸੀ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਜਿਸ ਵੇਲੇ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਗਏ, ਅਜੇ ਪਹਿਲਾਂ ਹੀ, ਕਿਉਂਕਿ ਨਾ ਅਰਦਾਸ ਕੀਤੀ ਸੀ ਅਤੇ ਨਾ ਹੀ ਉਹਨਾਂ ਦੇ ਨਾਲ ਕੋਈ ਇੱਦਾਂ ਦੀ ਮਾਲਕ ਦੇ ਚਰਨਾਂ 'ਚ ਕੋਈ ਬੇਨਤੀ ਕੀਤੀ, ਉਹ ਸਿੱਧੇ ਹੀ ਆਪਣੇ ਗੱਡੀ ਵਿੱਚੋਂ ਆਏ ਅਤੇ ਆ ਕੇ ਸਿੱਧੇ ਆਪਰੇਸ਼ਨ ਥੀਏਟਰ ਵਿੱਚ ਚਲੇ ਗਏ। ਅਤੇ ਉੱਥੇ ਆਪਰੇਸ਼ਨ ਆਪਣੇ ਪੇਸ਼ੈਂਟ ਲਿਟਾਏ ਹੋਏ ਸੀ, ਅਤੇ ਉਹਨਾਂ ਨੇ ਜਾ ਕੇ ਟਰੀਟਮੈਂਟ ਸ਼ੁਰੂ ਕਰ ਦਿੱਤਾ। ਔਰ ਮੈਨੂੰ ਪੂਰੀ ਤਰ੍ਹਾਂ ਉਹ ਯਾਦ ਹੈ, ਮਾਲਕ ਨੇ ਕਿੱਦਾਂ ਬਖਸ਼ਿਸ਼ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ। ਅਤੇ ਉਹ ਜਾ ਕੇ ਜਿਸ ਵੇਲੇ ਉਹਨਾਂ ਨੇ ਟਰੀਟਮੈਂਟ ਸ਼ੁਰੂ ਕੀਤਾ, ਉਹਨਾਂ ਦਾ ਲੈਂਜ ਪਿੱਛੇ ਚਲੇ ਗਿਆ ਡਾਕਟਰ ਸਾਹਿਬ, ਰਟੀਨੇ ਦੇ ਪਿੱਛੇ ਨਾ। ਉਹ ਕਹਿੰਦੇ ਵੀ ਕੋਈ 10,000 ਦੇ ਵਿੱਚੋਂ ਜਾਂ ਕੋਈ 5,000 ਦੇ ਵਿੱਚੋਂ ਕਿਤੇ ਕਿਤੇ ਇਹ ਕੰਮ ਹੁੰਦਾ, ਪਰ ਉਹਨਾਂ ਦੇ ਨਾਲ ਉਹ ਹੋ ਗਿਆ। ਜਿਸ ਵੇਲੇ ਉਹ ਪਿੱਛੇ ਉਹਨਾਂ ਦਾ ਲੈਂਜ ਚਲੇ ਗਿਆ, ਅਤੇ ਉੱਥੋਂ ਨਿਕਲਣਾ ਬੜਾ ਮੁਸ਼ਕਿਲ ਆ। ਅਤੇ ਉਹਨਾਂ ਨੇ 5 ਸਾਲ ਸਾਡੀ ਵੇਟ ਕਰਦੇ ਰਹੇ, ਦੇਖਦੇ ਰਹੇ ਮਰੀਜ਼ਾਂ ਨੂੰ ਕਿ ਕੋਈ ਇੱਥੇ ਵਧੀਆ ਮਰੀਜ਼ ਹੋ ਕੇ ਜਾਣਗੇ, ਫਿਰ ਮੈਂ ਆਪਰੇਸ਼ਨ ਕਰਾਉਣਾ। ਪਰ ਉਹ ਤਸੱਲੀ ਆਈ ਕਿ ਬਹੁਤ ਵਧੀਆ ਇੱਥੇ ਇਲਾਜ ਚੱਲ ਰਿਹਾ, ਔਰ ਵਧੀਆ ਤਰੀਕੇ ਦੇ ਨਾਲ ਇਹ ਟਰੀਟਮੈਂਟ ਕਰਦੇ ਆ, ਸਰਜਰੀ ਕਰਦੇ ਆ। ਅਤੇ ਉਹਨਾਂ ਨੇ ਦੇਖਿਆ ਕਿ ਇਹ ਆਪਣੇ ਮੈਂ ਹੁਣ ਇਸ ਵਾਰ ਕਰਾਉਣਾ, ਤਾਂ ਸਾਡੇ ਬੜੇ ਪਿਆਰੇ ਸੀ। ਅਤੇ ਉਹਨਾਂ ਨੇ ਪਹਿਲਾ ਆਪਰੇਸ਼ਨ ਔਰ ਪਹਿਲਾ ਹੀ ਮਰੀਜ਼, ਪਹਿਲਾ ਹੀ ਉਹਨਾਂ ਦਾ ਦਿਨ ਸੀ ਉਹ। ਤਾਂ ਜਿਸ ਵੇਲੇ ਅਰਦਾਸ ਤੋਂ ਬਿਨਾਂ ਸਾਨੂੰ ਉਡੀਕਿਆ ਨਹੀਂ, ਅਤੇ ਉਹਨਾਂ ਟਰੀਟਮੈਂਟ ਸ਼ੁਰੂ ਕਰ ਦਿੱਤਾ, ਉਹ ਲੈਂਜ ਪਿੱਛੇ ਚਲੇ ਗਿਆ। ਜਿਸ ਵੇਲੇ ਮੈਂ ਹੌਸਪੀਟਲ ਪਹੁੰਚਿਆ, ਅਰਦਾਸ ਕਰਨੀ ਸੀ, ਅਤੇ ਮੈਂ ਬਾਹਰ ਆ ਕੇ ਅਜੇ ਦਰਵਾਜ਼ੇ ਤੋਂ ਬਾਹਰ ਹੀ ਸੀ, ਅਤੇ ਡਾਕਟਰ ਦੋਵੇਂ ਬਾਹਰ ਆ ਕੇ ਨਾ ਰੋਣ ਲੱਗ ਪਏ। ਅਤੇ ਉਹਨਾਂ ਨੇ ਬੜੇ ਆਪਣੇ ਹੱਥ ਇੱਦਾਂ ਜ਼ੋਰ ਨਾਲ ਮਾਰੇ ਕਿ ਸਾਡੇ ਕੋਲੋਂ ਅੱਜ ਕੀ ਹੋ ਗਿਆ। ਅਤੇ ਅਸੀਂ ਕਿਹਾ ਕੀ ਹੋਇਆ, ਕਹਿਣ ਲੱਗੇ ਲੈਂਜ ਪਿੱਛੇ ਡਿੱਗ ਪਿਆ, ਅਤੇ ਉਹਦਾ ਨਿਕਲਣਾ ਬੜਾ ਮੁਸ਼ਕਿਲ ਆ। ਅਤੇ ਫਿਰ ਮੈਂ ਕਿਹਾ ਵੀ ਉਹ ਕਹਿੰਦੇ ਅੱਖ ਵੀ ਜਾ ਸਕਦੀ ਹੈ, ਨੁਕਸਾਨ ਹੋ ਸਕਦਾ। ਮੈਂ ਕਿਹਾ ਇਹਦਾ ਕੋਈ ਇਲਾਜ ਹੈ, ਕਹਿੰਦੇ ਹੈ। ਅਤੇ ਉਹਨਾਂ ਨੇ ਕਿਹਾ ਵੀ ਆਹ ਮਸ਼ੀਨਰੀ ਚਾਹੀਦੀ ਆ, ਆਹ ਡਾਕਟਰ ਚਾਹੀਦਾ, ਫਿਰ ਹੋਏਗਾ। ਅਤੇ ਉਹਦਾ 1 ਘੰਟਾ ਸੀ, ਜੇ 1 ਘੰਟੇ ਤੋਂ ਜ਼ਿਆਦਾ ਹੋ ਜਾਂਦਾ ਤਾਂ ਸ਼ਾਇਦ ਉਹ ਗੜਬੜ ਹੋ ਜਾਣੀ। ਅਤੇ ਅਸੀਂ ਉਸੇ ਵੇਲੇ ਅੰਮ੍ਰਿਤਸਰ ਤੋਂ ਡਾਕਟਰਾਂ ਦੀ ਟੀਮ ਮੰਗਾਈ, ਉਹ ਐਮਰਜੈਂਸੀ ਐਂਬੂਲੈਂਸ ਮੰਗਾ ਕੇ, ਅਤੇ ਉਹਦੇ ਵਿੱਚ ਸਾਰਾ ਕੁਝ ਟਰੀਟਮੈਂਟ ਕੀਤਾ। ਉਹਦੇ ਮੁੜ ਕੇ ਉਹਦੇ ਨਾਲੋਂ ਵਧੀਆ ਅੱਖ ਬਣੀ, ਅਤੇ ਅਰਦਾਸ ਕੀਤੀ, ਕਿਉਂਕਿ ਸਭ ਤੋਂ ਪਹਿਲਾਂ ਮਹਾਰਾਜ ਦੀ ਕਿਰਪਾ ਨਾਲ ਵੀ ਅਰਦਾਸ ਜ਼ਰੂਰੀ ਆ। 2 ਕਰ ਜੋੜ ਕਰੂੰ ਅਰਦਾਸ, ਤੁਧ ਭਾਣੇ ਤੇ ਆਣੇ ਰਾਸ, ਤੁਧ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਤੇ ਜਦੋਂ ਕੋਈ ਅਰਦਾਸ ਕਰਦਾ, ਬੇਨਤੀ ਕਰਦਾ, ਅਤੇ ਉਹਦੇ ਅੰਦਰ ਇਹ ਹੋਣਾ ਚਾਹੀਦਾ ਕਿ ਮੇਰਾ ਪਰਮਾਤਮਾ ਇਹ ਗੱਲ ਸੁਣ ਰਿਹਾ, ਮੇਰੀ ਆਵਾਜ਼ ਸੁਣ ਰਿਹਾ। ਤਾਂ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਜਿਸ ਵੇਲੇ ਉਹ ਅਸੀਂ ਆਪਰੇਸ਼ਨ ਥੀਏਟਰ 'ਚ ਮਰੀਜ਼ਾਂ ਨੂੰ ਲੈ ਕੇ ਜਾਂਦੇ ਹਾਂ, ਅਤੇ ਉੱਥੇ ਪ੍ਰਸ਼ਾਦ ਰੱਖ ਕੇ, ਅਤੇ ਫਿਰ ਅਰਦਾਸ ਕਰਕੇ ਫਿਰ ਉਹ ਆਪਣਾ ਸਰਜਰੀ ਸ਼ੁਰੂ ਕਰਦੇ ਆ। ਫਿਰ ਰੇਜ਼ਰ ਦੇ ਨਾਲ ਉਹਨਾਂ ਦਾ ਟਰੀਟਮੈਂਟ ਸ਼ੁਰੂ ਕੀਤਾ ਜਾਂਦਾ। ਅੱਜ ਮੇਰਾ ਖਿਆਲ ਕੋਈ 2000 ਤੋਂ ਇਹ ਸ਼ੁਰੂ ਕੀਤਾ ਹੋਇਆ, ਤਾਂ ਅੱਜ ਤੱਕ ਮਾਲਕ ਦੀ ਕਿਰਪਾ ਆ, ਕਦੀ ਵੀ ਕਿਸੇ ਦੀ ਅੱਖ ਵੀ ਲਾਲ ਨਹੀਂ ਹੋਈ, ਕਿਉਂਕਿ ਉਹ ਪਰਮਾਤਮਾ ਸਾਡੀ ਮਦਦ ਕਰਦਾ। ਅਸੀਂ ਪਰਮਾਤਮਾ ਦੇ ਓਟ ਆਸਰਾ ਲੈ ਕੇ, ਔਰ ਇੱਥੇ ਦੀ ਜੋ ਕਿਰਤ ਕਮਾਈ ਆ ਲੋਕਾਂ ਦੀ, ਸੰਗਤ ਦੀ, ਜੋ ਸੰਗਤ ਆਪਣੀ ਕਿਰਤ ਕਮਾਈ ਵਿੱਚੋਂ ਉਸ ਕੈਂਪ ਦੇ ਵਿੱਚ ਪੈਸਾ ਲਗਾਉਂਦੇ ਆ, ਕਿਉਂਕਿ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਆ, ਔਰ ਉਹਨਾਂ ਨੇ ਮਿਹਨਤ ਕਰਕੇ ਉਹਦੇ ਵਿੱਚੋਂ ਸਾਨੂੰ ਉਹ ਜਿਹੜਾ ਦੇ ਕੇ ਉਹ ਕੈਂਪ ਲਗਾਉਂਦੇ ਆ। ਅਤੇ ਉਹਨਾਂ ਦੀ ਜਿਹੜੀ ਕਿਰਤ ਕਮਾਈ, ਜਿਹੜੀ ਹੱਕ ਦੀ ਕਮਾਈ ਦੀ ਜਿਹੜੀ ਮਿਹਨਤ ਆ, ਉਹ ਇੱਕ ਮਹਾਰਾਜ ਜੀ ਕਹਿੰਦੇ ਕਿ ਇੱਕ ਤਿਲ ਭੰਨੇ ਨਾ ਹੀ ਘਾਲੇ, ਇੱਕ ਤਿਲ ਜਿੰਨੀ ਉਹ ਮਹਾਰਾਜ ਨਹੀਂ ਰੱਖਦਾ। ਅਤੇ ਜੇ ਤੁਹਾਡੀ ਇਹ ਸੋਚ ਵਧੀਆ ਕਿ ਅਸੀਂ ਕਿਸੇ ਲਈ ਇਹ ਕੰਮ ਕਰੀਏ, ਕਿਸੇ ਦਾ ਅੱਖਾਂ ਨੂੰ ਰੌਸ਼ਨੀ ਦੇ ਦਈਏ, ਅਤੇ ਕਿਸੇ ਦੇ ਆਪਣੇ ਪੈਸਾ ਜਿਹੜਾ ਸਾਡਾ ਕਿਸੇ ਦੇ ਕੰਮ ਆ ਜਾਏ, ਅਤੇ ਅਸੀਂ ਉਹ ਉੱਥੇ ਜਾ ਕੇ ਸੁਖਦਾਇਕ ਹੋ ਜਾਵੇ ਦੂਸਰਿਆਂ ਲਈ। ਕਿਉਂਕਿ ਕਈਆਂ ਨੂੰ ਸਾਡੇ ਉਸ ਹੌਸਪੀਟਲ ਦੇ ਵਿੱਚ ਜਿਸ ਵੇਲੇ ਟਰੀਟਮੈਂਟ ਕਰਦੇ ਹਾਂ, ਤੁਹਾਨੂੰ ਯਾਦ ਹੋਵੇਗਾ ਕਿ ਉਹ ਇੱਕ ਬੱਚਾ ਬਹੁਤ ਗਰੀਬ, ਅਤੇ ਉਹਦੇ ਉਹ ਖੇਡਦਿਆਂ ਉਹਨਾਂ ਦੀ ਅੱਖ ਦੇ ਵਿੱਚ ਇੱਕ ਡੱਖਾ ਲੱਗ ਗਿਆ, ਔਰ ਉਹ ਬਾਂਸ ਦਾ ਡੱਖਾ ਲੱਗਿਆ, ਅਤੇ ਉਹ ਅੱਖ ਦੇ ਵਿੱਚ ਅੰਦਰ 2 ਇੰਚ ਚਲੇ ਗਿਆ। ਅਤੇ ਜਿਸ ਵੇਲੇ ਸਾਰੇ ਜਲੰਧਰ ਘੁਮਾਇਆ, ਉਹ ਕਹਿੰਦੇ ਪਹਿਲਾਂ 50,000 ਰੁਪਈਆ ਰੱਖੋ, ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਅਤੇ ਇੱਧਰ ਬੇਗਲ ਸਾਹਿਬ ਨੇ ਕੈਂਪ ਲਗਾਇਆ ਹੋਇਆ ਸੀ, ਕਿਸੇ ਨੇ ਦੱਸਿਆ ਕਿ ਉੱਥੇ ਕੈਂਪ ਲੱਗਾ ਹੋਇਆ, ਤੁਸੀਂ ਉੱਥੇ ਜਾਓ। ਅਤੇ ਉੱਥੇ ਡਾਕਟਰਾਂ ਦੀ ਟੀਮ ਬੈਠੀ ਆ। ਜਿਸ ਵੇਲੇ ਬੱਚੇ ਤੜਫਦੇ ਨੂੰ ਇੱਥੇ ਲੈ ਕੇ ਆਏ ਆਪਣੇ ਹੌਸਪੀਟਲ ਵਿੱਚ, ਅਤੇ ਡਾਕਟਰਾਂ ਨੇ 5 ਮਿੰਟ ਲਗਾਏ,
ਔਰ ਤੁਹਾਡੇ ਕੋਲ ਪੂਰੀ ਮੂਵੀ ਬਣੀ ਹੋਈ ਆ। ਜਿਸ ਤਰ੍ਹਾਂ ਉਹ ਡੱਖਾ ਅੰਦਰੋਂ ਆਪਣੇ ਆਪ ਬਾਹਰ ਆਇਆ ਔਰ ਡਾਕਟਰਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਦਾ ਟਰੀਟਮੈਂਟ ਕਰਕੇ ਔਰ 2 ਦਿਨ ਕੋਲ ਰੱਖ ਕੇ ਉਹਦੀ ਮੁੜ ਕੇ ਅੱਖ ਫਿਰ ਉਸੇ ਤਰ੍ਹਾਂ ਦੀ ਹੋ ਬਹੁਤ ਗਈ। ਇਨਫੈਕਸ਼ਨ ਹੋਈ ਸੀ ਤੇ ਅੰਦਰ, ਅੱਜ ਮਾਲਕ ਦੀ ਕਿਰਪਾ ਆ, ਇੱਦਾਂ ਦੇ ਜਿਹੜੇ ਬੱਚੇ ਆ, ਇੱਦਾਂ ਦੇ ਗਰੀਬ ਬੱਚੇ, ਉਹਨਾਂ ਦੀਆਂ ਅਸੀਸਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਲੋਕਾਂ ਨੂੰ ਲੱਗਦੀਆਂ ਜਿਹੜੇ ਦਾਨ ਕਰਦੇ ਆ, ਜਿਹੜਾ ਉੱਥੇ ਪੈਸਾ ਭੇਜਦੇ ਆ। ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਉਹਨਾਂ 'ਤੇ ਕਿਰਪਾ ਕਰਿਓ, ਜਿਹੜੇ ਕੈਂਪ ਦੇ ਵਿੱਚ ਅੱਖਾਂ ਵਾਸਤੇ, ਦੰਦਾਂ ਵਾਸਤੇ, ਹੋਰ ਮੈਡੀਕਲ ਵਾਸਤੇ ਪੈਸੇ ਭੇਜਦੇ ਆ, ਆਪਣੀ ਕਿਰਤ ਕਮਾਈ ਵਿੱਚੋਂ ਉਹ ਪੈਸੇ ਭੇਜਦੇ ਆ। ਅਸੀਂ ਉਹਨਾਂ ਲਈ ਅਰਦਾਸ ਕਰਦੇ ਹਾਂ। ਬਹੁਤ ਵੱਡਾ ਆਪ ਜੀ ਦਾ ਪਰਉਪਕਾਰ ਹੈ ਬਾਬਾ ਜੀ ਉੱਥੇ ਚੱਲ ਰਿਹਾ ਹੈ। ਇਸ ਦੇ ਨਾਲ ਨਾਲ ਬਾਬਾ ਜੀ ਆਪ ਇੱਕ ਜੋ ਪ੍ਰਾਇਮਰੀ ਸਕੂਲ ਚਲਾ ਰਹੇ ਹੋ, ਜੋ ਕਿ ਚੂੜੂ ਵਾਲੀ ਵਿਖੇ ਜੰਡੂ ਸੰਘ ਦੇ ਲਾਗੇ ਹੈ, ਉਸ ਦਾ ਸੰਕਲਪ ਆਪ ਜੀ ਕਿਸ ਤਰ੍ਹਾਂ ਆਇਆ ਅਤੇ ਉਹ ਸਕੂਲ ਦਾ ਆਪ ਜੀ ਨੇ ਕਿੱਦਾਂ ਸਟਾਰਟ ਕੀਤਾ, ਸ਼ੁਰੂ ਕੀਤਾ? ਹਾਂ, ਮੈਨੂੰ ਸੇਵਾ ਮਿਲੀ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਨੇ ਮੈਨੂੰ ਸੇਵਾ ਦਿੱਤੀ। ਆਪਣੇ ਪੰਜਾਬ ਦੇ ਜਿਤਨੇ ਮਹਾਂਪੁਰਸ਼ ਆ ਉਹਨਾਂ ਦੀ ਸੇਵਾ ਮੈਨੂੰ ਜਿਸ ਵੇਲੇ 2005 ਵਿੱਚ ਮਿਲੀ, ਤਾਂ ਅਸੀਂ 6 ਵਿੱਚ ਸਾਨੂੰ ਇੱਕ ਗੁਰਮੁਖ ਪਿਆਰੇ ਮਿਲੇ ਅਤੇ ਉਹ ਕਹਿਣ ਲੱਗੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਆ ਅਤੇ ਤੁਸੀਂ ਸਾਨੂੰ ਟਾਈਮ ਦਿਓ। ਅਸੀਂ ਗਏ ਉਹਨਾਂ ਦੇ ਕੋਲ ਅਤੇ ਉਹ ਕਹਿਣ ਲੱਗੇ ਮੈਂ ਇੱਕ ਸਕੂਲ ਬਣਾਇਆ ਆਪਣੀ ਭੈਣਾਂ ਦੇ ਨਾਮ 'ਤੇ ਅਤੇ ਆਪਣੇ ਮਾਤਾ ਜੀ ਦੇ ਨਾਮ 'ਤੇ, ਅਤੇ ਉਹ ਅਸੀਂ ਬਾਹਰ ਬੈਠੇ ਇੰਗਲੈਂਡ ਦੇ ਵਿੱਚ ਅਤੇ ਸਕੂਲ ਸਾਡਾ ਇੱਥੇ ਚੱਲ ਰਿਹਾ, ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਅਤੇ ਤੁਸੀਂ ਜੇ ਸਾਡਾ ਸਹਿਯੋਗ ਦਿਓ ਅਤੇ ਉਹ ਤੁਸੀਂ ਸਕੂਲ ਚਲਾਓ। ਅਸੀਂ ਉਹਨੂੰ ਪੁੱਛਿਆ ਵੀ ਕਿਸ ਤਰ੍ਹਾਂ ਚਲਾਈਏ? ਕਹਿਣ ਲੱਗੇ ਵੀ ਤੁਸੀਂ ਚਲਾਓ, ਅਸੀਂ ਤੁਹਾਨੂੰ ਮਦਦ ਕਰਾਂਗੇ। ਅਸੀਂ ਕਿਹਾ ਇੱਦਾਂ ਸਕੂਲ ਨਹੀਂ ਚੱਲਦੇ, ਇਹ ਤਾਂ ਤੁਸੀਂ ਕਰ ਹੀ ਰਹੇ ਆ। ਅਤੇ ਉਹਨਾਂ ਨੇ ਫਿਰ ਸਾਨੂੰ ਉਹ ਸਕੂਲ ਦੇ ਦਿੱਤਾ। ਅਸੀਂ ਉਹ ਖਰੀਦ ਕੇ, ਉਹ ਜ਼ਮੀਨ ਖਰੀਦੀ, ਸਾਰੀ ਜਗ੍ਹਾ ਖਰੀਦ ਕੇ, ਅਸੀਂ ਉਹ ਬਿਲਡਿੰਗ ਖਰੀਦ ਕੇ, ਬੱਚੇ ਸਾਡੇ ਕੋਲ ਉਸ ਵੇਲੇ ਕੋਈ 6-7 ਰਹਿ ਗਏ ਉਸ ਸਕੂਲ ਦੇ ਵਿੱਚ, ਅਤੇ ਉਹ ਸਾਰਾ ਅਸੀਂ ਸਕੂਲ ਖਰੀਦ ਕੇ 2006 ਦੇ ਵਿੱਚ ਉਹ ਅਸੀਂ ਸਕੂਲ ਖਰੀਦਿਆ ਅਤੇ ਉਹ ਖਰੀਦ ਕੇ ਅਤੇ ਅਸੀਂ ਉਹਨੂੰ ਦੁਬਾਰਾ ਫਿਰ ਸ਼ੁਰੂ ਕੀਤਾ। ਅਤੇ ਅੱਜ ਮਾਲਕ ਦੀ ਇੰਨੀ ਕਿਰਪਾ ਹੋਈ, ਉਹ 7 ਏਕੜ ਜਗ੍ਹਾ ਦੇ ਵਿੱਚ ਸਾਡਾ ਉਹ ਸਕੂਲ ਚੱਲ ਰਿਹਾ ਔਰ 50-60 ਤੋਂ ਮਤਲਬ 50-60 ਦੇ ਕਰੀਬ ਸਾਡੇ ਉਹ ਕਮਰੇ ਇਸ ਵੇਲੇ ਬਣ ਚੁੱਕੇ ਆ। ਅਤੇ ਸਾਡੇ ਕੋਲ 700 ਦੇ ਕਰੀਬ ਬੱਚਾ ਇਸ ਵੇਲੇ ਪੜ੍ਹ ਰਿਹਾ CBSE ਪੈਟਰਨ ਦੇ ਨਾਲ। ਤੋ ਸਾਡੇ ਕੋਲ 6-7 ਬੱਸਾਂ ਹੈਗੀਆਂ ਔਰ ਉਹਦੇ ਵਿੱਚ ਤੁਸੀਂ ਕੰਪਿਊਟਰ ਵੀ ਸਾਨੂੰ ਦਿੱਤੇ ਬੱਚਿਆਂ ਦੇ ਪੜ੍ਹਾਉਣ ਵਾਸਤੇ, ਵੀ ਇਹਨਾਂ ਨੂੰ ਚੰਗੀ ਵਿੱਦਿਆ ਪੜ੍ਹਾਓ, ਕੰਪਿਊਟਰ ਦੁਆਰਾ ਇਹਨਾਂ ਨੂੰ ਵਿੱਦਿਆ ਦਿਓ। ਔਰ ਜਿਸ ਵੇਲੇ ਸਾਨੂੰ ਲੋੜ ਪਈ ਬੱਸਾਂ ਦੀ, ਉਹਦੇ ਵਿੱਚ ਵੀ ਤੁਸੀਂ ਸਹਿਯੋਗ ਦੇ ਕੇ, ਡਾਕਟਰ ਸਾਹਿਬ ਨੇ, ਬੇਗਲ ਸਾਹਿਬ ਨੇ, ਅਤੇ ਉਹ ਸਾਨੂੰ ਬੱਸਾਂ ਵੀ ਲੈ ਕੇ ਦਿੱਤੀਆਂ ਅਤੇ ਕਿਤਾਬਾਂ ਵੀ ਲੈ ਕੇ ਦਿੱਤੀਆਂ, ਵਰਦੀਆਂ ਵੀ ਬੱਚਿਆਂ ਨੂੰ ਦੇ ਕੇ ਆਉਂਦੇ ਆ। ਅਤੇ ਅਸੀਂ ਜਿੱਥੇ ਮਾਲਕ ਦੀ ਕਿਰਪਾ ਨਾਲ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਆ, ਅਤੇ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਪਿਆਰ ਦੇ ਨਾਲ, NRI ਭਰਾਵਾਂ ਦੇ ਨਾਲ, ਵੀਰਾਂ ਦੇ ਨਾਲ, ਉਹਨਾਂ ਦੇ ਸਹਿਯੋਗ ਨਾਲ ਸਾਡਾ ਉਹ ਜਿਹੜਾ ਪ੍ਰੋਜੈਕਟ ਹੈ ਬਹੁਤ ਵਧੀਆ ਚੱਲ ਰਿਹਾ। ਅਤੇ ਇਸ ਵੇਲੇ ਜਿਹੜੇ ਗਰੀਬ ਬੱਚੇ ਆ, ਜਿਹੜੇ ਫੀਸਾਂ ਨਹੀਂ ਦੇ ਸਕਦੇ, ਉਹਨਾਂ ਬੱਚਿਆਂ ਨੂੰ ਅਸੀਂ ਫੀਸਾਂ ਮਾਫ ਕੀਤੀਆਂ ਹੋਈਆਂ ਔਰ 150 ਦੇ ਕਰੀਬ ਉਹ ਬੱਚੇ ਆ ਜਿਹਨਾਂ ਨੂੰ ਅਸੀਂ ਫੀਸਾਂ ਮਾਫ ਕੀਤੀਆਂ ਹੋਈਆਂ। ਅਤੇ ਔਰ 25-30 ਬੱਚੇ ਉਹ ਆ ਜਿਹਨਾਂ ਦੇ ਮਾਤਾ ਪਿਤਾ ਨਹੀਂ ਹੈ, ਕੋਈ ਸ਼ਹੀਦ ਹੋ ਗਏ, ਕੋਈ ਮਿਲਟਰੀ ਵਿੱਚ ਕੋਈ ਸ਼ਹੀਦ ਹੋ ਗਿਆ, ਕੋਈ ਪੁਲਿਸ ਵਿੱਚ ਸ਼ਹੀਦ ਹੋ ਗਿਆ, ਕਿਤੇ ਹੋ ਗਏ, ਉਹ ਬੱਚੇ ਅਸੀਂ ਲਿਆ ਕੇ ਪੜ੍ਹਾ ਰਹੇ ਹਾਂ। ਉਹ 17 ਬੱਚੇ ਆ ਔਰ 17 ਬੱਚਿਆਂ ਨੂੰ ਅਸੀਂ ਉਹਨਾਂ ਦੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ, ਉਹਨਾਂ ਨੂੰ ਫਰੀ ਵਿੱਦਿਆ ਦਿੱਤੀ ਜਾਂਦੀ ਆ। ਅਤੇ ਇੱਕ ਬੱਚੇ ਉਹ ਹੈ ਜਿਹੜੇ ਜਿਹਦੇ ਕੋਲੋਂ ਅਸੀਂ ਪੈਸੇ ਵੀ ਲੈਂਦੇ, ਫੀਸਾਂ ਵੀ ਲੈਂਦੇ, ਜਿਹੜੇ ਦੇ ਸਕਦੇ ਆ ਉਹਨਾਂ ਦੇ ਨਾਲ ਸਾਡੀਆਂ ਫੀਸਾਂ ਜਿਹੜੀਆਂ ਸੈਲਰੀ ਵਗੈਰਾ ਹੈਗੀ ਆ, ਉਹ ਅਸੀਂ ਉਹਨਾਂ ਵਿੱਚੋਂ ਜੋ ਸਾਡੇ ਕੋਲ ਪੈਸੇ ਜਮ੍ਹਾਂ ਕਰਾਉਂਦੇ ਆ, ਆਪਣੀ ਫੀਸਾਂ ਦਿੰਦੇ ਆ, ਉਹਨਾਂ ਦੁਆਰਾ ਕੀਤਾ ਜਾਂਦਾ। ਔਰ ਬੱਸਾਂ ਦੇ ਵਿੱਚ ਤੇਲ ਵਗੈਰਾ, ਜੋ ਵੀ ਰਿਪੇਅਰ ਵਗੈਰਾ ਹੈਗੀ ਆ, ਉਹ ਅਸੀਂ ਉਹਨਾਂ ਦੇ ਖਰਚੇ ਤੋਂ ਕਰਦੇ ਹਾਂ। ਸਿੰਘ ਜੀ ਦਾਸ ਨੂੰ ਵੀ ਮੌਕਾ ਮਿਲਦਾ ਹੈ ਬਾਬਾ ਜੀ ਦੇ ਨਾਲ, ਬਾਬਾ ਜੀ ਜਾ ਕੇ ਉੱਥੇ ਸਾਨੂੰ ਸਕੂਲ ਦਿਖਾਉਂਦੇ ਹਨ। ਔਰ ਪਿਛਲੇ ਸਾਲ ਆਪਾਂ ਇੱਥੋਂ ਇੱਕ ਡਾਕਟਰ ਸੀ ਹਸਪੀਟਲ ਦੇ ਵਿੱਚੋਂ, ਸਪੈਸ਼ਲਿਸਟ ਜੇ ਸੀ ਉਹ ਵੀ ਗਈ ਸੀ, ਨਾਲ ਇੱਕ ਸਪੈਸ਼ਲ ਨਰਸ ਸੀ ਉਹ ਵੀ ਗਈ ਸੀਗੀ, ਜਿਨ੍ਹਾਂ ਨੇ ਉੱਥੇ ਬੱਚਿਆਂ ਨੂੰ ਜਾ ਕੇ ਪੜ੍ਹਾਇਆ ਔਰ ਬੱਚਿਆਂ ਦਾ ਦੇਖਿਆ ਕਿਸ ਤਰ੍ਹਾਂ ਬੱਚੇ ਸਟੱਡੀ ਕਰਦੇ ਹਨ ਔਰ ਬੱਚੇ ਬੜੀ ਖੁਸ਼ ਹੁੰਦੇ। ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਛੋਟੇ ਬੱਚੇ ਪਿੰਡਾਂ ਦੇ ਵਿੱਚ, ਗਰੀਬ ਬੱਚੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਉਹਨੂੰ ਐਜੂਕੇਸ਼ਨ ਦੇਣਾ ਬਹੁਤ ਲਾਜ਼ਮੀ ਹੈ, ਇਸ ਵੇਲੇ ਬਹੁਤ ਜ਼ਰੂਰੀ ਹੈ। ਔਰ ਬਾਬਾ ਜੀ ਦਾ ਜੇ ਪਰਉਪਕਾਰ ਹੈ, ਉਸ ਦੇ ਵਿੱਚ 600-700 ਬੱਚੇ ਹਨ ਜਿਹੜੇ ਅਸੀਂ ਉੱਥੇ ਦੇਖੇ ਹਨ, ਛੋਟੇ ਬੱਚੇ ਜਿਹੜੇ ਆ ਕੇ ਉੱਥੇ ਨਰਸਰੀ ਤੋਂ ਵੀ ਸ਼ੁਰੂ ਕੀਤਾ ਹੈ ਬਾਬਾ ਜੀ ਨੇ, ਨਰਸਰੀ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਹੋਈ ਹੈ। ਔਰ ਉਹਨਾਂ ਵਾਸਤੇ ਜੋ ਆਪ ਜੀ ਉੱਥੇ ਇੰਤਜ਼ਾਮ ਕੀਤਾ ਹੈ ਔਰ ਅਕੋਮੋਡੇਸ਼ਨ ਜਿਸ ਤਰੀ ਹੈ, ਫਸਟ ਕਲਾਸ ਅਕੋਮੋਡੇਸ਼ਨ ਹੈ, ਕੋਈ ਉੱਥੇ ਗੰਦਗੀ ਨਹੀਂ, ਬੜੀ ਸਫਾਈ, ਸੁੰਦਰ ਸੋਬਰ ਜਗ੍ਹਾ ਬਣੀ ਹੋਈ ਹੈ ਔਰ ਬੜੀ ਖੁਸ਼ ਹੁੰਦੇ ਬਾਬਾ ਜੀ। ਉੱਥੇ ਮਿਊਜ਼ਿਕ ਵੀ ਸਿਖਾਉਂਦੇ ਉਹਨਾਂ ਨੂੰ। ਹਾਂਜੀ, ਉਹਨਾਂ ਨੂੰ ਕਲਾਸੀਕਲ ਬੱਚਿਆਂ ਨੂੰ, ਕਿਉਂਕਿ ਬੱਚੇ ਜਿਹੜੇ ਗਰੀਬ ਬੱਚੇ ਆ ਜਾਂ ਆਪਣੀਆਂ ਫੀਸਾਂ ਨਹੀਂ ਦੇ ਸਕਦੇ, ਉਹਨਾਂ ਵਾਸਤੇ ਅਸੀਂ ਵੀ ਕਲਾਸੀਕਲ ਮਿਊਜ਼ਿਕ ਦੇ ਪ੍ਰੋਫੈਸਰ ਰੱਖੇ ਹੋਏ ਆ, ਉਹਨਾਂ ਨੂੰ ਕਲਾਸੀਕਲ ਟ੍ਰੇਨਿੰਗ ਦੇ ਰਹੇ ਆ।
ਤੇ ਉਹਦੇ ਵਿੱਚ ਬੱਚਾ ਕੱਲ੍ਹ ਨੂੰ ਫੀਸਾਂ ਦੇ ਸਕਦਾ। ਜਿਸ ਵੇਲੇ ਕੀਰਤਨ ਕਰੇਗਾ, ਕੋਈ ਸ਼ਬਦ ਪੜ੍ਹੇਗਾ ਅਤੇ ਸੰਗਤ ਉਹਨਾਂ ਨੂੰ ਪੈਸੇ ਦੇਵੇਗੀ, ਅਤੇ ਉਹ ਪੈਸਿਆਂ ਦੇ ਨਾਲ ਆਪਣੀਆਂ ਫੀਸਾਂ ਦੇ ਸਕਦਾ, ਕਿਤਾਬਾਂ ਲੈ ਸਕਦਾ, ਆਪਣੀ ਵਰਦੀ ਲੈ ਸਕਦਾ, ਅਤੇ ਹੋਰ ਵੀ ਖਰਚੇ ਉਹ ਪੂਰੇ ਕਰ ਸਕਦਾ ਜਿਹਦੇ ਕੋਲ ਕੀਰਤਨ ਦੀ ਵਿੱਦਿਆ ਹੈਗੀ ਆ। ਅਤੇ ਅਸੀਂ ਉਹਨਾਂ ਲਈ ਇਸ ਸੋਚ ਕੇ ਉਹਨਾਂ ਦਾ ਆਪਣੀ ਕਲਾਸੀਕਲ ਸ਼ੁਰੂ ਕੀਤਾ ਹੋਇਆ, ਔਰ ਉਹ ਕੀਰਤਨ ਸ਼ਬਦਾਂ ਦੇ ਮਤਲਬ ਗੁਰਬਾਣੀ ਦੇ ਆਧਾਰ ਰਾਗਾਂ ਦੇ ਆਧਾਰ 'ਤੇ ਉਹ ਸ਼ਬਦ ਜੋ ਹੈ ਗਾਇਨ ਕਰਨਗੇ, ਅਤੇ ਤਾਂ ਕਿ ਜੋ ਬਾਣੀ ਦਾ ਬੋਧ ਹੋ ਸਕੇ, ਕਿਉਂਕਿ ਨਾਲ ਨਾਲ ਜਿੰਨੀ ਵੀ ਬਾਣੀ ਹੈ ਸਾਰੀ ਰਾਗਾਂ ਦੇ ਆਧਾਰ 'ਤੇ ਆ। ਤੋ ਜਿਸ ਵੇਲੇ ਸ਼ਬਦ ਨਾਲ ਜੁੜਦਾ ਅਤੇ ਫਿਰ ਉਹ ਸ਼ਬਦ ਜਿਹੜਾ ਹੈਗਾ ਉਹ ਰਾਗ ਦੇ ਵਿੱਚ ਆ, ਕਲਾਸੀਕਲ ਆ। ਅਤੇ ਜਿਸ ਵੇਲੇ ਸ਼ਬਦ ਨਾਲ ਜੁੜਨਗੇ, ਸ਼ਬਦ ਜੋ ਹੈ ਉਹ ਕਲਾਸੀਕਲ ਆ, ਕਿਉਂਕਿ ਰਾਗ ਲਿਖਿਆ ਹੋਇਆ, ਰਾਗ ਸ੍ਰੀ ਰਾਗ, ਧਨਾਸਰੀ ਰਾਗ, ਔਰ ਸਾਰੇ ਰਾਗ ਲਿਖੇ ਹੋਏ ਆ। ਅਤੇ ਜਿਸ ਵੇਲੇ ਕੋਈ ਸ਼ਬਦ ਬੱਚਾ ਬੋਲਦਾ ਅਤੇ ਜਾਂ ਕੋਈ ਪ੍ਰੋਫੈਸਰ ਉਹਨੂੰ ਪੜ੍ਹਾਏਗਾ ਅਤੇ ਉਹ ਰਾਗਾਂ ਦੇ ਆਧਾਰ 'ਤੇ ਪੜ੍ਹਾਏਗਾ, ਔਰ ਰਾਗਾਂ ਦੇ ਆਧਾਰ 'ਤੇ ਹੀ ਉਹਨੂੰ ਵਿੱਦਿਆ ਸਿਖਾਏਗਾ, ਔਰ ਰਾਗਾਂ ਦੇ ਆਧਾਰ 'ਤੇ ਉਹ ਲਾਪ ਕਰੇਗਾ, ਉੱਥੇ ਹੀ ਕੀਰਤਨ ਕਰੇਗਾ। ਬਹੁਤ ਅੱਛੀ ਗੱਲ ਹੈ ਬਾਬਾ ਜੀ, ਬੱਚਿਆਂ ਨੂੰ ਇਸ ਵੇਲੇ ਦੀ ਬਹੁਤ ਵੱਡੀ ਜ਼ਰੂਰਤ ਹੈ। ਔਰ ਇਸ ਸਕੂਲ ਦੇ ਅੱਗਾਂ ਵਾਸਤੇ ਤੁਹਾਡਾ ਕੋਈ ਪ੍ਰੋਜੈਕਟ ਹੈ, ਇਹਦੀ ਸੋਚ ਨਹੀਂ ਹੈ, ਕਿਸ ਤਰ੍ਹਾਂ ਇਹਦੀ ਡਿਵੈਲਪਮੈਂਟ ਹੈ ਕੋਈ? ਹੁਣ ਸਾਡੇ ਕੋਲ ਇਸ ਵੇਲੇ 700 ਬੱਚਾ ਆ, ਉਹ 3-4 ਗਰਾਊਂਡਾਂ ਆ। ਅਤੇ ਅਸੀਂ ਪਿਛਲੀ ਵਾਰ ਸਾਡੇ ਕੋਲ ਕੋਈ ਮਿਨਿਸਟਰ ਆਏ ਸੀਗੇ, ਅਤੇ ਉਹ ਕਹਿਣ ਲੱਗੇ ਤੁਹਾਡੇ ਕੋਲ ਕਿੰਨੀ ਜ਼ਮੀਨ ਆ? ਅਸੀਂ ਉਹਨੂੰ ਦੱਸਿਆ ਇੰਨੀ ਜ਼ਮੀਨ ਆ। ਕਹਿੰਦੇ ਇੱਕ ਖੇਤ ਹੋਰ ਲੈ ਲਓ। ਅਸੀਂ ਕਿਹਾ ਉਹਦਾ ਕੀ ਲਾਭ ਹੋ ਗਿਆ? ਕਹਿੰਦੇ ਤੁਹਾਨੂੰ ਅਸੀਂ ਟੈਕਨੀਕਲ ਜੋ ਕਾਲਜ ਆ ਉਹ ਦੇਵਾਂਗੇ, ਟੈਕਨੀਕਲ ਦਾ ਜੋ ਬੱਚਿਆਂ ਨੂੰ ਜਿਸ ਤੋਂ ਸਰਟੀਫਿਕੇਟ ਉਹ ਆਪਣੀ ਵਿੱਦਿਆ ਪੜ੍ਹ ਕੇ ਤੁਹਾਡੇ ਕੋਲ ਉਹ ਸਰਟੀਫਿਕੇਟ ਲੈ ਕੇ ਜਾਏਗਾ ਅਤੇ ਉਹਨੂੰ ਨੌਕਰੀ ਮਿਲ ਜਾਏਗੀ, ਉਹ ਚੰਗਾ ਆਪਣਾ ਦਾ ਜੀਵਨ ਹੋਏਗਾ। ਅਤੇ ਅਸੀਂ ਉਹਨਾਂ ਦੇ ਕਹਿਣ ਦੇ ਨਾਲ ਸਾਰੇ ਸੰਤ ਮਹਾਂਪੁਰਸ਼ਾਂ ਨੇ 1 ਏਕੜ ਜ਼ਮੀਨ ਹੋਰ ਖਰੀਦੀ। ਪਰ ਜਿਸ ਵੇਲੇ ਉਹਨਾਂ ਕੋਲ ਗਏ ਅਤੇ ਉਹਨਾਂ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਉਹ ਕਹਿਣ ਲੱਗੇ ਜੀ ਮੁਸ਼ਕਿਲ ਆ, ਕਈ ਪਾਲਿਸੀਆਂ ਬਦਲ ਜਾਂਦੀਆਂ। ਤਾਂ ਅਸੀਂ ਉੱਦਾਂ ਹੀ ਚੁੱਪ ਕਰਕੇ ਸ਼ਰਮਿੰਦੇ ਜਿਹੇ ਹੋ ਕੇ ਵਾਪਸ ਆ ਗਏ ਵੀ ਤੁਹਾਡੇ ਕਹਿਣ ਨਾਲ ਤਾਂ ਅਸੀਂ ਖਰੀਦਿਆ ਉਹ। ਪਰ ਇਹ ਸਾਡੀ ਸੋਚ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ, ਕਿਉਂਕਿ ਸਰਕਾਰਾਂ ਦੇ ਕੋਲ ਇਹ ਸਾਰੇ ਕੰਮ ਆ, ਅਤੇ ਸਰਕਾਰਾਂ ਨੂੰ ਅਸੀਂ ਜਿਹਨਾਂ ਦੇ ਸਰਕਾਰਾਂ ਸਾਡੀ ਕਹਿਣਾ ਨਹੀਂ ਮੰਨਦੀਆਂ ਜਾਂ ਅਸੀਂ ਉਹਨਾਂ ਨੂੰ ਜਾ ਕੇ ਮਿਲਦੇ ਨਹੀਂ, ਅਤੇ ਇਹ ਪ੍ਰੋਜੈਕਟ ਨਹੀਂ ਚੱਲਣਗੇ। ਅਤੇ ਸਾਡੀ ਇਹ ਸੋਚ ਹੈ ਕਿ ਅਸੀਂ ਇਹਨੂੰ ਟੈਕਨੀਕਲ ਕਾਲਜ ਨਾਲ ਨਾਲ ਬਣਾਉਣਾ, ਕਿਉਂਕਿ ਉਹਨਾਂ ਨੂੰ ਅਸੀਂ ਜਿਹੜੀ 1 ਏਕੜ ਜਗ੍ਹਾ ਲਈ ਆ ਉਹ ਟੈਕਨੀਕਲ ਕਾਲਜ ਵਾਸਤੇ ਲਈ ਆ। ਸਾਡਾ ਇਹ CBSE ਪੈਟਰਨ ਚੱਲ ਰਿਹਾ, ਔਰ ਇਸ ਤੋਂ ਬਾਅਦ ਸਾਡਾ ਜਿਹੜਾ ਉਹ ਟੈਕਨੀਕਲ ਕਾਲਜ ਦਾ ਹੈ। ਔਰ ਟੈਕਨੀਕਲ ਕਾਲਜ ਜਿਸ ਵੇਲੇ ਸਾਡਾ ਬਣ ਗਿਆ, ਸਾਡੇ ਬੱਚੇ ਜਿਹੜੇ ਆ ਇੱਥੋਂ ਹੀ ਪੜ੍ਹ ਕੇ ਕੋਰਸ ਕਰਕੇ ਅਤੇ ਇਹ ਸਾਰਾ ਆਪਣਾ ਸਰਟੀਫਿਕੇਟ ਲੈ ਕੇ ਆਪਣੇ ਸਿੱਧੇ ਨੌਕਰੀ 'ਤੇ ਸਿੱਧੀ ਨੌਕਰੀ ਮਿਲ ਜਾਏਗੀ। ਉੱਧਰ ਇੱਧਰ ਘੁੰਮਣ ਦੀ ਪਰੇਸ਼ਾਨੀ ਜਿਹੜੀ ਹੈਗੀ ਨਾ ਵੀ ਨੌਕਰੀ ਨਹੀਂ ਮਿਲਦੀ, ਆ ਨਹੀਂ, ਜਿਹਦੇ ਕੋਲ ਸਰਟੀਫਿਕੇਟ ਆ ਉਹ ਬਾਹਰ ਵੀ ਜਾ ਸਕਦਾ, ਉੱਥੇ ਵੀ ਵਧੀਆ ਨੌਕਰੀ ਮਿਲ ਸਕਦੀ। ਬਾਬਾ ਜੀ, ਸਕੂਲ ਚਲਾਉਣੇ ਪੰਜਾਬ ਦੇ ਵਿੱਚ ਕਿਸੇ ਹੋਰ ਕਾਲਜ ਕੋਈ ਐਰਗਰ ਦਾ ਕੰਮ ਨਹੀਂ ਹੈ, ਸੁਖਾਲਾ ਕੰਮ ਨਹੀਂ ਹੈ, ਕਿਉਂਕਿ ਇਹਦੇ ਵਿੱਚ ਮੈਨੇਜਮੈਂਟ ਬੜੀ ਹੈ, ਐਕਸਪੈਂਸਿਸ ਬੜੀ ਹੈ। ਆਪ ਜੀ ਦੇ ਜਿਹੜੇ ਇਸ ਸਕੂਲ ਦੇ ਕਿਸ ਹਿਸਾਬ ਨਾਲ ਚੱਲਦੇ, ਇਹਦੇ ਖਰਚਾ ਕੌਣ ਦਿੰਦਾ ਸਕੂਲ ਚਲਾਉਣ ਦਾ? ਤੁਹਾਨੂੰ ਗੌਰਮੈਂਟ ਦੇ ਕੋਈ ਸਹਾਇਤਾ ਮਿਲਦੀ ਹੈ ਇਹਦੇ ਵਿੱਚ ਜਾਂ ਕਿਸ ਤਰ੍ਹਾਂ ਹੈ? ਗੌਰਮੈਂਟ ਦਾ ਮੈਂ ਤੁਹਾਨੂੰ ਦੱਸ ਦਿੰਦਾ, 2013 ਦੇ ਵਿੱਚ ਅਸੀਂ ਯਾਤਰਾ ਲੈ ਕੇ ਜਾ ਰਹੇ ਸੀ ਹਰਿਦੁਆਰ ਨੂੰ, ਅਤੇ ਰਸਤੇ ਦੇ ਵਿੱਚ BJP ਦੀ ਜਿੰਨੀ ਸਰਕਾਰ ਹੈ ਨਾ, ਇਹਦੇ ਨੁਮਾਇੰਦੇ ਸਾਰੇ ਸਾਨੂੰ ਉੱਥੇ ਸਵਾਗਤ ਕੀਤਾ ਉਹਨਾਂ ਨੇ, ਔਰ ਸਾਰੇ ਸੰਤਾਂ ਦਾ ਕੀਤਾ, ਸੋ ਸ਼ੋਭਾ ਯਾਤਰਾ ਦਾ ਕੀਤਾ। ਤਾਂ ਜਿਸ ਵੇਲੇ ਉਹਨਾਂ ਨੇ ਸ਼ੋਭਾ ਯਾਤਰਾ ਸਾਰੇ ਕਿਤੇ ਸਾਰਾ ਮੀਡੀਆ ਇਕੱਠਾ ਕਰ ਲਿਆ ਉਹਨਾਂ ਨੇ। ਅਸੀਂ ਕਿਹਾ ਮੀਡੀਆ ਕਿੰਨਾ ਇਕੱਠਾ ਕੀਤਾ ਆ ਜਾਂ ਤੁਸੀਂ ਇੰਨੇ ਇਕੱਠੇ ਹੋਏ ਆ ਅਤੇ ਤੁਹਾਡਾ ਧੰਨਵਾਦ। ਕਹਿੰਦੇ ਨਹੀਂ ਜੀ, ਅਸੀਂ ਤੁਹਾਨੂੰ 5 ਲੱਖ ਰੁਪਈਆ ਮਤਲਬ ਸਕੂਲ ਵਾਸਤੇ, ਜਿਹੜਾ ਤੁਸੀਂ ਸਕੂਲ ਚਲਾ ਰਹੇ ਨਾ ਉਹਦੇ ਵਾਸਤੇ ਤੁਹਾਨੂੰ 5 ਲੱਖ ਰੁਪਇਆ ਦੇਣਾ। ਅਤੇ ਅਸੀਂ ਕਿਹਾ ਬਹੁਤ ਖੁਸ਼ੀ ਹੋਈ ਸਾਨੂੰ ਵੀ 5 ਲੱਖ ਰੁਪਈਆ ਦਿੱਤਾ। ਸਾਰੇ ਮੀਡੀਆ ਦੇ ਸਾਹਮਣੇ ਸਾਨੂੰ 5 ਲੱਖ ਦਾ ਚੈੱਕ ਦਿੱਤਾ। ਹੁਣ ਤੁਸੀਂ ਦੇਖ ਲਓ 2013 ਤੋਂ ਲੈ ਕੇ ਅੱਜ ਤੱਕ ਉਹ 5 ਲੱਖ ਦਾ ਚੈੱਕ ਤਾਂ ਸਾਨੂੰ ਮਿਲ ਗਿਆ, ਪਰ ਇਹ ਪੈਸਾ ਨਹੀਂ ਮਿਲਿਆ, ਉਹ ਕਿੱਥੋਂ ਮਿਲਣਾ ਉਹਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗਿਆ। ਸਰਕਾਰਾਂ ਦੀ ਸਾਨੂੰ ਇਹ ਦੇਣ ਹੈਗੀ ਆ। ਸਰਕਾਰ ਬਹੁਤ ਕੁਛ ਕਰ ਸਕਦੀ ਆ ਜੇ ਉਹ ਕਰੇ। ਅਸੀਂ ਕਈਆਂ ਮਿਨਿਸਟਰਾਂ ਨੂੰ ਕਹੇ ਵੀ ਤੁਸੀਂ ਉਹ ਜਿਹੜਾ 5 ਲੱਖ ਆ ਉਹ ਤਾਂ ਬਿਲਡਿੰਗ ਵਾਸਤੇ, ਬੱਚਿਆਂ ਵਾਸਤੇ ਦੇ ਦਿਓ, ਪਰ ਉਹ ਹੱਸ ਕੇ ਚਲੇ ਜਾਂਦੇ, ਕੋਈ ਨਹੀਂ ਜੀ ਤੁਹਾਡਾ ਮਿਲ ਜਾਣਾ। ਔਰ ਸਾਡੇ ਕੋਲ ਉਹਨਾਂ ਨੇ ਜਿੰਨੀਆਂ ਵੀ ਆਪਣੀਆਂ ਬਿਲਡਿੰਗ ਦੇ ਪੇਪਰ ਆ ਔਰ ਸਾਡੀ ਜ਼ਮੀਨ ਜਾਇਦਾਦ ਦੇ ਪੇਪਰ ਆ, ਉਹ ਸਾਰੇ DC ਆਫਿਸ ਦਾ ਮੰਗਾ ਲਏ ਆ, ਪਰ ਉਹ ਚੈੱਕ ਨਹੀਂ ਵਾਪਸ ਆਇਆ ਸਾਡਾ। ਅਤੇ ਜਿੰਨੇ ਵੀ ਇਹ ਜਿਹੜਾ ਤੁਸੀਂ ਖਰਚੇ ਦੀ ਗੱਲ ਕਰਦੇ ਆ, ਇਹ ਸਾਰਾ ਜਿੰਨਾ ਵੀ ਖਰਚਾ ਅਸੀਂ ਕਰ ਰਹੇ ਸਕੂਲ ਦੇ ਉੱਤੇ, ਗੌਰਮੈਂਟ ਸਾਨੂੰ ਇਹ ਆ ਵੀ ਇਹ ਪੁੱਛਣ ਵਾਸਤੇ ਚਿੱਠੀਆਂ ਤਾਂ ਜ਼ਰੂਰ ਪਾ ਦਿੰਦੀ ਵੀ ਤੁਹਾਨੂੰ ਤੁਸੀਂ ਨਵਾਂ ਕਮਰਾ ਬਣਾਇਆ, ਕਿੱਥੋਂ ਬਣਾਇਆ, ਆਹ ਜਿਹੜਾ ਤੁਸੀਂ ਨਵੀਂ ਬਿਲਡਿੰਗ ਬਣਾਈ ਕਿੱਥੋਂ ਬਣਾਈ। ਇਹਦੇ ਬਾਰੇ ਇਨਕਮ ਟੈਕਸ ਦੇ ਹੋਰ ਸਾਰੇ ਡਿਪਾਰਟਮੈਂਟ ਦੇ ਸਾਨੂੰ ਚਿੱਠੀਆਂ ਆਉਂਦੀਆਂ ਰਹਿੰਦੀਆਂ। ਅਸੀਂ ਉਹਨੂੰ ਬੇਨਤੀਆਂ ਕਰਦੇ ਰਹੀਦਾ ਵੀ ਇਹ ਪੈਸਾ 1-1 ਰੁਪਈਆ ਅਸੀਂ ਇਕੱਠਾ ਕਰਕੇ ਸਾਰੇ ਮਹਾਂਪੁਰਸ਼, ਕਿਉਂਕਿ ਸਾਡੇ ਕੋਲ 350 ਡੇਰਾ ਮਹਾਂਪੁਰਸ਼ਾਂ ਦਾ ਜੀ, ਅਤੇ ਉਹਨਾਂ ਨੂੰ ਵੀ ਬੇਨਤੀਆਂ ਕਰੀਆਂ ਵੀ ਤੁਸੀਂ ਵੀ ਕਿਰਪਾ ਕਰੋ। ਪਰ ਉਹ ਮਹਾਂਪੁਰਸ਼ਾਂ ਦੇ ਵੀ ਡੇਰੇ ਚੱਲਦੇ, ਉਹਨਾਂ ਦਾ ਵੀ ਖਰਚਾ ਜਿਹੜਾ ਬਹੁਤ ਜ਼ਿਆਦਾ ਹੈਗਾ ਡੇਰਿਆਂ ਦਾ, ਤਾਂ ਉਹਨਾਂ ਤੋਂ ਉੱਪਰ ਉੱਠ ਕੇ ਕੋਈ ਤਾਂ ਦੇ ਦਿੰਦੇ ਮਹਾਂਪੁਰਸ਼, ਕੋਈ ਨਹੀਂ ਦੇ ਸਕਦੇ। ਪਰ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਸਹਿਯੋਗ ਆ ਇਸ ਬਿਲਡਿੰਗ ਲਈ, ਉਹ ਸਾਡੇ NRI ਵੀਰ ਹੈਗੇ ਆ,
ਔਰ ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ ਔਰ ਇੰਗਲੈਂਡ ਤੋਂ। ਖਾਸ ਕਰਕੇ ਇੰਗਲੈਂਡ ਤੋਂ ਸਾਡੇ ਬਹੁਤ ਇੱਥੇ ਦੇ ਸਹਿਯੋਗੀ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੰਦੇ ਆ, ਔਰ ਜਿਨ੍ਹਾਂ ਨੇ ਅਸੀਂ ਕਰਦੇ ਹਾਂ ਉਹ ਸਾਡੀ ਬਾਤ ਹੀ ਨਹੀਂ ਪੁੱਛਦੇ। ਜਿਨ੍ਹਾਂ ਨੇ ਅਸੀਂ ਕਰ ਰਹੇ ਨਾ ਇਹ ਕੰਮ, ਜੇ ਸਮਾਜ ਲਈ ਕਰ ਰਹੇ, ਨਾ ਕਿਸੇ ਸੁਸਾਇਟੀ ਨੇ ਸਾਨੂੰ ਅੱਜ ਤੱਕ ਸਹਿਯੋਗ ਦਿੱਤਾ, ਨਾ ਕਿਸੇ ਜਥੇਬੰਦੀ ਨੇ ਦਿੱਤਾ, ਨਾ ਸਰਕਾਰਾਂ ਨੇ ਦਿੱਤਾ। ਇਹ ਸੰਗਤ ਹੀ ਆ ਜਿਹੜੀ ਸੰਗਤ ਵਿੱਚੋਂ ਆ ਕੇ ਸਾਨੂੰ ਕੋਈ 10 ਪਾਉਂਡ, ਕੋਈ 5 ਪਾਉਂਡ, ਕੋਈ ਕਿਸ ਤਰ੍ਹਾਂ ਉਹਦੇ ਵਿੱਚ ਸਾਡੇ ਇੱਥੇ 5-7 ਜਾਂ ਇਹਦੇ ਸ਼ਰਧਾਲੂ ਅਗਰ ਵਿੱਚ ਤੁਸੀਂ ਵੀ ਆਉਂਦੇ ਆ, ਬੇਗਲ ਸਾਹਿਬ ਵੀ ਆਉਂਦੇ ਆ, ਅਤੇ ਇਹ ਨਾ ਤੁਹਾਡੀ ਕਿਰਪਾ ਦੇ ਨਾਲ ਇਹ ਸਾਰੇ ਪ੍ਰੋਜੈਕਟ ਚੱਲਦੇ ਆ। ਅਤੇ ਜੇ ਕਹੋਗੇ ਅਸੀਂ ਉੱਥੋਂ ਲਈਏ, ਉੱਥੋਂ ਤੱਕ ਰੁਪਈਆ ਵੀ ਨਹੀਂ ਕੋਈ ਮੱਥਾ ਟੇਕਦਾ। ਸਾਧ ਸੰਗਤ ਜੀ, ਆਪ ਜੀ ਨੇ ਬਾਬਾ ਜੀ ਦੇ ਬਚਨ ਸਿੱਖ ਕੀਤੇ ਹਨ ਕਿ ਇਹ ਜਿਹੜਾ ਖਾਸ ਕਰਕੇ ਬੱਚਿਆਂ ਦੀ ਐਜੂਕੇਸ਼ਨ ਹੈ, ਇਹ ਇੱਕ ਦਿਨ ਦੀ ਨਹੀਂ ਹੈ, ਇਹ ਲਾਈਫ ਟਾਈਮ ਦੀ ਹੈ। ਔਰ ਜੋ ਬਾਬਾ ਜੀ ਨੇ ਸਾਨੂੰ ਇਸ ਪਲ ਦੀ ਬੜੀ ਖੁਸ਼ੀ ਸੀ ਕਿ ਬਾਬਾ ਜੀ ਨੇ ਸਕੂਲ ਉੱਥੇ ਸ਼ੁਰੂ ਕੀਤਾ ਹੈ, ਤਾਂ ਜਿਸ ਦੇ ਵਿੱਚ ਆਪ ਸਾਰੇ ਹੀ ਸਹਿਯੋਗ ਪਾਉਂਦੇ ਹੋ। ਔਰ ਹੋਰ ਵੀ ਜ਼ਰੂਰਤ ਹੈ, ਕਿਉਂਕਿ ਜਦੋਂ ਸ਼ੁਰੂ ਕੀਤਾ ਸੀ ਅਤੇ ਉਦੋਂ ਬਾਬਾ ਜੀ 7-8 ਬੱਚੇ ਸੀਗੇ, ਇਸ ਵੇਲੇ 700 ਦੇ ਕਰੀਬ ਬੱਚੇ ਹਨ। ਉਹਨਾਂ ਦੇ ਨਾਲ, ਕਿਉਂਕਿ ਹੁਣ ਅੱਜ ਕੱਲ੍ਹ ਉੱਥੇ ਰਿਵਾਜ਼ ਚੱਲਿਆ ਆ ਵੀ ਬੱਚਿਆਂ ਨੂੰ ਘਰੋਂ ਲੈ ਕੇ ਆਓ ਅਤੇ ਗੱਡੀ 'ਚ ਘਰ ਛੱਡ ਕੇ ਆਵੋ। ਉਸ ਦੇ ਵਾਸਤੇ ਟਰਾਂਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਜਿੱਥੇ ਆਪ ਜੀ ਪਾਸ ਠੀਕ ਹੈ 5-6 ਬੱਸਾਂ ਹਨ, ਪਰ ਫਿਰ ਵੀ ਥੋੜ੍ਹੀਆਂ ਹਨ, ਕਿਉਂਕਿ ਬੱਚਿਆਂ ਨੂੰ 2-2 ਵਾਰੀ ਲਿਜਾਣ ਵਿੱਚ ਦੁੱਗਣਾ ਟਾਈਮ ਲੱਗਦਾ ਹੈ। ਤਾਂ ਪੇਰੈਂਟਸ ਵੀ ਮਹਿਸੂਸ ਕਰਦੇ ਹਨ ਬੱਚਿਆਂ ਨੂੰ ਬਹੁਤ ਜ਼ਿਆਦਾ ਟਾਈਮ ਸਫ਼ਰ ਖਰਚ ਲੱਗਦਾ ਹੈ। ਜਦੋਂ ਦਾਖਲ ਕਰਨ ਆਉਂਦੇ ਨਾ ਮਾਤਾ ਪਿਤਾ, ਉਹ ਪਹਿਲਾਂ ਇਹ ਸਾਡੇ ਨਾਲ ਵਾਅਦਾ ਕਰਦੇ ਆ ਕਿ ਤੁਸੀਂ ਘਰੋਂ ਬੱਚੇ ਲਿਆਉਣੇ ਆ ਔਰ ਘਰ ਹੀ ਛੱਡ ਕੇ ਜਾਣਾ, ਤਾਂ ਅਸੀਂ ਦਾਖਲ ਇਹਨਾਂ ਨੂੰ ਕਰਨਾ। ਔਰ ਦੂਸਰੀ ਨਾਲ ਹੀ ਇੱਕ ਐਪਲੀਕੇਸ਼ਨ ਹੋਰ ਦੇ ਦਿੰਦੇ ਆ ਕਿ ਸਾਨੂੰ ਜੀ ਖਰਚੇ ਬਹੁਤ ਆ, ਸਾਡੇ ਘਰ ਦਾ ਅਸੀਂ ਖਰਚਾ ਦੇ, ਸਾਨੂੰ ਨਾ ਆਹ ਫੀਸ ਮਾਫ਼ ਕਰ ਦਿਓ, ਆਹ ਸਾਨੂੰ ਆਹ ਮਾਫ਼ ਕਰ ਦਿਓ। ਉਹ ਐਪਲੀਕੇਸ਼ਨ ਉਹ ਜਿਹੜੀ ਨਾ ਉਹਨਾਂ ਦੀ ਦਾਖਲੇ ਦੀ ਇੱਕ ਤਾਂ ਹੁੰਦੀ ਆ, 3-4 ਉਹਦੀਆਂ ਐਪਲੀਕੇਸ਼ਨ ਹੋਰ ਨਾਲ ਹੁੰਦੀਆਂ। ਅਤੇ ਅਸੀਂ ਉਹਨਾਂ ਨਾਲ ਇਹ ਵੀ ਵਾਅਦਾ ਕਰਦੇ ਹਾਂ ਕਿ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਘਰ ਛੱਡ ਕੇ ਆਇਆ ਕਰਾਂਗੇ, ਘਰੋਂ ਲੈ ਕੇ ਆਇਆ ਕਰਾਂਗੇ। ਔਰ ਜਿੰਨਾ ਸਟਾਫ ਸਾਡੇ, ਉਹਨਾਂ ਦੀ ਵੀ ਉਹੀ ਪ੍ਰੋਮਿਸ ਹੈ, ਕਿਉਂਕਿ ਪਿੰਡਾਂ ਦੇ ਵਿੱਚ ਆ, ਬਾਹਰ ਆ, ਸ਼ਹਿਰ ਵਿੱਚ ਨਹੀਂ ਹੈਗਾ। ਅਤੇ ਉਹ ਜਿੰਨਾ ਵੀ ਸਟਾਫ ਸਾਡੇ ਕੋਲ ਬੱਚਿਆਂ ਨੂੰ ਪੜ੍ਹਾ ਰਿਹਾ, ਉਹਨਾਂ ਨੂੰ ਵੀ ਅਸੀਂ ਘਰੋਂ ਲੈ ਕੇ ਆਉਂਦੇ ਹਾਂ, ਉਹ ਘਰ ਛੱਡ ਕੇ ਆਉਂਦੇ ਹਾਂ। ਔਰ ਬੱਚੇ ਅਸੀਂ ਘਰੋਂ ਚੱਕਦੇ ਹਾਂ, ਘਰ ਹੀ ਛੱਡ ਕੇ ਆਉਂਦੇ ਹਾਂ। ਅਤੇ ਇਹ ਜਿਹੜੀਆਂ ਹੋਰ ਉਹਨਾਂ ਦੀਆਂ ਐਪਲੀਕੇਸ਼ਨਾਂ ਹੈਗੀਆਂ ਵੀ ਸਾਡੀ ਇੰਨੀ ਫੀਸ ਮਾਫ਼ ਕਰ ਦਿਓ, ਕਿਉਂਕਿ ਉਹ ਜਿਹੜਾ ਪੈਟਰਨ ਆ ਉਹ ਸਾਡੇ ਕੋਲ CBSE ਦਾ ਆ, ਦਿੱਲੀ ਦੇ ਪੈਟਰਨ ਦੇ ਨਾਲ ਅਸੀਂ ਉਹ ਪੜ੍ਹਾ ਰਹੇ ਹਾਂ। ਉਹ ਬਹੁਤ ਮਹਿੰਗਾ, ਜਿਹੜੀ ਦਿੱਲੀ ਵਿੱਚ ਪੜ੍ਹਾਈ ਹੋ ਰਹੀ ਆ, ਨੋਇਡਾ 'ਚ ਹੋ ਰਹੀ ਆ, ਕਲਕੱਤੇ ਹੋ ਰਹੀ ਆ, ਉਹੀ ਸਾਡੇ ਸਕੂਲ 'ਚ ਹੋ ਰਹੀ ਆ। ਅਤੇ ਇਹਦੀ ਜਿਹੜੀ ਫੀਸਾਂ ਹੈਗੀਆਂ ਉਹ 15-15 ਹਜ਼ਾਰ ਰੁਪਈਆ, 20-20 ਹਜ਼ਾਰ ਰੁਪਈਆ ਲੈਂਦੇ ਆ। ਅਤੇ ਜਿਹੜੀ ਸਾਡੇ ਸਕੂਲ ਦੀ ਫੀਸ ਆ ਉਹ 3000 ਤੋਂ ਲੈ ਕੇ 5000 ਤੱਕ ਆ ਸਾਲ ਦੀ। ਅਤੇ ਉਹੀ ਵਿੱਦਿਆ, ਉਹੀ ਸਾਰਾ ਕੁਛ ਆ। ਅਸੀਂ ਕਹਿੰਦੇ ਵੀ ਸਾਡੇ ਬੱਚੇ ਕਿਸ ਤਰ੍ਹਾਂ, ਗਰੀਬ ਦਾ ਬੱਚਾ ਪੜ੍ਹ ਜਾਵੇ, ਕੋਈ ਨਾ ਕੋਈ ਗਰੀਬ, ਜਿਹੜਾ ਅਮੀਰ ਤਾਂ ਜਾ ਕੇ ਅਮਰੀਕਾ 'ਚ ਪੜ੍ਹਾ ਸਕਦਾ, ਅਮੀਰ ਤਾਂ ਇੱਥੇ ਕੈਨੇਡਾ 'ਚ ਪੜ੍ਹਾ ਸਕਦਾ, ਇੰਗਲੈਂਡ ਪੜ੍ਹਾ ਸਕਦਾ, ਲੇਕਿਨ ਗਰੀਬ ਕਿੱਥੇ ਪੜ੍ਹਾਵੇ। ਔਰ ਜਿੱਥੇ ਗਰੀਬ ਨੂੰ ਪੜ੍ਹਾਉਣਾ, ਉਹਦੀਆਂ ਕਈ ਸਮੱਸਿਆਵਾਂ ਹੈਗੀਆਂ, ਉਹਦਾ ਖਰਚੇ ਬੜੇ ਆ, ਉਹਦੇ ਲਈ ਪਰੇਸ਼ਾਨੀਆਂ ਬਹੁਤ ਆ। ਅਤੇ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸਕੂਲ ਸ਼ੁਰੂ ਕੀਤਾ ਹੋਇਆ ਕਿ ਸਾਡੇ ਬੱਚੇ ਉਹਦੇ ਨਾਲ ਇੰਗਲਿਸ਼ ਪੜ੍ਹਨ, ਔਰ ਇੱਥੋਂ ਇੰਗਲਿਸ਼ ਪੜ੍ਹ ਕੇ ਉਹ ਕਿਸੇ ਵੀ ਵਿਦੇਸ਼ ਜਾਣਾ, ਕਿਤੇ ਵੀ ਜਾਣਾ, ਉਹਨੂੰ ਦਿੱਕਤ ਨਾ ਹੋਵੇ ਇੰਗਲਿਸ਼ ਬੋਲਣ ਦੀ। ਬਾਬਾ ਜੀ, ਆਪ ਜੀ ਦੀ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਔਰ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਆਪ ਸੰਗਤਾਂ ਦੇ ਪਾਸ, ਕਿਉਂਕਿ ਇਹ ਸਕੂਲ ਜੋ ਹੈ, ਜਿਵੇਂ ਆਪ ਨੇ ਸਰਵ ਕੀਤਾ, ਕੋਈ ਪ੍ਰਾਈਵੇਟਲੀ ਫੰਡਡ ਨਹੀਂ ਹੈ। ਜਿਹੜੇ ਪ੍ਰਾਈਵੇਟ ਫੰਡਡ ਨੂੰ ਬੜੀਆਂ ਵੱਡੀਆਂ ਫੀਸਾਂ ਹਨ ਉਹਨਾਂ ਕੋਲ। ਤਾਂ ਬਾਬਾ ਜੀ ਆਪਣੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸਕੂਲ ਚਲਾਉਂਦੇ, ਜਿਤਨੀ ਵੀ ਆਪਾਂ ਇਹਦੇ ਵਿੱਚ ਜੋ ਕੋਈ ਸੇਵਾ ਕਰ ਸਕਦੇ ਹਾਂ, ਤਾਂ ਇਹ ਬਹੁਤ ਹੀ ਸਾਡਾ, ਬਹੁਤ ਹੀ ਮਹਾਰਾਜ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋਣ ਵਾਲੀ ਸੇਵਾ ਹੈ। ਤਾਂ ਬਾਬਾ ਜੀ, ਜੋ ਆਪ ਸਾਧੂ ਸੰਪਰਦਾਇ ਜੋ ਹੈ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ, ਉਸਦੇ ਵੀ ਸੁਸਾਇਟੀ ਹੋਇਆ, ਆਪ ਦੇ ਉਸਦੇ ਵੀ ਪ੍ਰਧਾਨ ਹੋ, ਔਰ ਤਕਰੀਬਨ 2005 ਤੋਂ ਆਪ ਜੀ ਉਹਦੀ ਸੇਵਾ ਕਰਦੇ ਆ ਰਹੇ ਹੋ। ਉਸ ਸੰਸਥਾ ਦਾ ਪ੍ਰੋਜੈਕਟ ਜੋ ਹਨ, ਜਾਂ ਕਿਉਂਕਿ ਮੈਨੂੰ ਪਤਾ ਹੈ ਆਪ ਜੀ ਸ਼ੁਭ ਯਾਤਰਾ ਲੈ ਕੇ ਜਾਂਦੇ ਹੋ, ਹਰ ਸਾਲ ਉੱਥੇ ਜਾਂਦੇ ਹੋ, ਦਮੜੀ ਸ਼ੁਭਦਾਸ ਯਾਤਰਾ ਜੋ ਹੈ ਹਰਿਦੁਆਰ ਲੈ ਕੇ ਜਾਂਦੇ ਹੋ, ਔਰ ਹੋਰ ਵੀ ਆਪ ਜੀ ਨੇ ਜੇ ਇੱਕ ਸਕੂਲ ਵੀ ਜੇ ਉਹਦੇ ਵਿੱਚ ਪ੍ਰੋਜੈਕਟ ਹੈ, ਆਪ ਜੀ ਉਹਦੇ ਬਾਰੇ ਕੁਛ ਸਾਂਝ ਪਾਵੋਗੇ? ਹਾਂ, ਸਾਡਾ ਇਹ ਜੋ ਆਪਣਾ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ, ਇਹ ਮਹਾਂਪੁਰਸ਼ਾਂ ਨੇ 1966-67 ਦੇ ਵਿੱਚ ਸ਼ੁਰੂ ਕੀਤੀ ਸੀ। ਹਰਿਦੁਆਰ ਮਹਾਂਪੁਰਸ਼ ਗਏ, ਅਤੇ ਜਿਸ ਵੇਲੇ ਕੁੰਭ ਲੱਗਾ ਹੋਇਆ, ਮਹਾਂਪੁਰਸ਼ ਉਸ ਕੁੰਭ ਦੇ ਵਿੱਚ ਗਏ, ਅਤੇ ਉਹਨਾਂ ਨੂੰ ਉੱਥੇ ਰਹਿਣ ਵਾਸਤੇ, ਉਹਨਾਂ ਦੇ ਲੰਗਰ ਵਾਸਤੇ, ਉਹਨਾਂ ਨੂੰ ਖੜ੍ਹੇ ਹੋਣ ਵਾਸਤੇ ਜਗ੍ਹਾ ਨਹੀਂ ਮਿਲੀ, ਕਿਉਂਕਿ ਉਹ ਯੂਪੀ ਆ, ਅਤੇ ਹਰਿਦੁਆਰ ਜੋ ਹੈ ਉਹ ਯੂਪੀ ਵਿੱਚ ਹੈ। ਅਤੇ ਉਸ ਵੇਲੇ ਬੜੀ ਛੂਤ-ਛਾਤ ਸੀ, ਬੜੇ ਲੋਕ ਇੱਦਾਂ ਕਰਦੇ ਸੀ। ਅਤੇ ਜਿਸ ਵੇਲੇ ਉਹਨੂੰ ਪਤਾ ਲੱਗਦਾ ਸੀ ਕਿ ਇਹ ਗਰੀਬ ਲੋਕ ਹੈਗੇ ਆ, ਤਾਂ ਉਹਨਾਂ ਨੂੰ ਲਾਗੇ ਨਹੀਂ ਸੀ ਲੱਗਣ ਦਿੰਦੇ ਕਿ ਇਹ ਗਰੀਬ ਲੋਕ ਹੈ, ਇਹਨਾਂ ਨੂੰ ਪਿੱਛੇ ਰੱਖੋ,
ਜਿਸ ਵੇਲੇ ਪੰਕਤੀ ਲੱਗਣੀ ਤਦ ਵੀ ਉਹਨਾਂ ਦੇਖਣਾ ਤੂੰ ਕੌਣ ਹੈ, ਉਹਦਾ ਪੁੱਛਦੇ ਹੁੰਦੇ, ਵਰਨ ਪੁੱਛਦੇ ਹੁੰਦੇ ਸੀ ਤੂੰ ਕਿਹੜੇ ਵਰਨ ਦਾ ਬੰਦਾ, ਵੀ ਉਹ ਜੇ ਤਾਂ ਉੱਚੇ ਵਰਨ ਦਾ ਹੈਗਾ ਤਾਂ ਉਹਨੂੰ ਕਹਿਣਾ ਚੱਲ ਕੋਈ ਨਹੀਂ ਆ ਜਾ, ਅਤੇ ਜਿਹੜਾ ਕੋਈ ਗਰੀਬ ਵਰਨ ਦਾ ਹੈਗਾ ਉਹਨੂੰ ਕਹਿਣਾ ਤੂੰ ਪਿੱਛੇ ਬੈਠ, ਤੇਰੀ ਵਾਰੀ ਨਹੀਂ ਹੈਗੀ, ਤੂੰ ਬਾਹਰ ਬੈਠ। ਅਤੇ ਜੇ ਕੋਈ ਮਹਾਂਪੁਰਸ਼ ਵੀ ਚਲੇ ਜਾਂਦੇ ਸੀ ਉੱਥੇ ਵੀ, ਹਾਲਾਂਕਿ ਬਾਣੀ ਨੇ ਇੰਨਾ ਸਾਡਾ ਅੰਧੇਰਾ ਚੱਕਿਆ, ਪੰਜਾਬ ਦੇ ਵਿੱਚ ਇੰਨਾ ਪ੍ਰਕਾਸ਼ ਹੋਇਆ, ਬਾਣੀ ਨੇ ਇੰਨਾ ਪ੍ਰਕਾਸ਼ ਕੀਤਾ, ਸਾਡੇ ਪੰਜਾਬ ਦੇ ਵਿੱਚ ਇਹ ਗੱਲ ਨਿਕਲ ਗਈ, ਬਿਮਾਰੀ ਨਿਕਲ ਗਈ ਆ, ਲੇਕਿਨ ਬਾਹਰਲੀਆਂ ਪ੍ਰਾਂਤਾਂ ਦੇ ਵਿੱਚ ਅਜੇ ਤੱਕ ਬਿਮਾਰੀ ਨਹੀਂ ਗਈ। ਅਤੇ ਉਹ ਮਹਾਂਪੁਰਸ਼ਾਂ ਨੇ ਉੱਥੇ ਜਿਸ ਵੇਲੇ ਗਏ ਤਾਂ ਉਹਨਾਂ ਨੂੰ ਦੇਖਣਾ ਕਿ ਇਹ ਤਾਂ ਗਰੀਬ ਲੋਕ ਹੈਗੇ, ਇਹਨਾਂ ਨੂੰ ਪਿੱਛੇ ਰੱਖੋ। ਅਤੇ ਮਹਾਂਪੁਰਸ਼ ਉੱਥੇ ਗਏ, ਜਿਸ ਵੇਲੇ ਉਹਨਾਂ ਨੇ ਦਰਸ਼ਨ ਕੀਤੇ ਸਾਰਿਆਂ ਦੇ, ਅਤੇ ਰਹਿਣ ਵਾਸਤੇ ਵਰਖਾ ਸ਼ੁਰੂ ਹੋ ਗਈ। ਤਾਂ ਵਰਖਾ ਦੇ ਵਿੱਚ ਮਹਾਂਪੁਰਸ਼ਾਂ ਨੂੰ ਬੈਠਣ ਵਾਸਤੇ ਜਗ੍ਹਾ ਨਹੀਂ ਮਿਲੀ, ਉਹਨਾਂ ਨੇ ਕਿਹਾ ਸਾਨੂੰ ਜਗ੍ਹਾ ਦਿਓ, ਇੱਥੇ ਅਸੀਂ ਰਹਿਣਾ, ਪਰ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਅਤੇ ਉਹਨਾਂ ਨੇ ਉਸ ਵੇਲੇ ਪਰਨ ਕੀਤਾ ਕਿ ਸਾਡਾ ਇਹ ਹਾਲ ਹੈ, ਸਾਡੀ ਸੰਤਾਨ ਦਾ ਕੀ ਹਾਲ ਹੋਏਗਾ, ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ। ਅਤੇ ਉਹਨਾਂ ਨੇ ਇਹ ਸੋਚ ਕੇ ਉੱਥੇ ਸਟੇਸ਼ਨ ਦੇ ਲਾਗੇ, ਰੇਲਵੇ ਸਟੇਸ਼ਨ ਹੈ ਆਪਣੇ ਹਰਿਦੁਆਰ, ਉਹ ਹਰਿਦੁਆਰ ਦੇ ਨਾਲ ਉਹਨਾਂ ਨੇ ਥੋੜ੍ਹੀ ਜਗ੍ਹਾ ਖਰੀਦ ਕੇ ਉੱਥੇ ਆਸ਼ਰਮ ਬਣਾਇਆ, ਅਤੇ ਆਸ਼ਰਮ ਬਣਾ ਕੇ ਫਿਰ ਉਹ ਇੱਕ ਹੋਰ ਜਗ੍ਹਾ ਖਰੀਦੀ, ਫਿਰ ਵੱਡਾ ਆਸ਼ਰਮ ਕੀਤਾ। ਅਤੇ ਅੱਜ ਮਾਲਕ ਦੀ ਕਿਰਪਾ ਸਾਡੇ ਕੋਲ 4 ਪਲਾਟ ਆ, ਜਿਹੜੇ ਵਿੱਚ ਮਤਲਬ 200 ਬਾਈ 50 ਦੇ ਇੱਕ ਹੈਗਾ, 200 ਬਾਈ ਬਾਹਰ ਆ, 200 ਬਾਈ 50 ਅੰਦਰ, ਉਹਨਾਂ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ, ਬਾਕੀ ਸੰਗਤਾਂ ਵਾਸਤੇ ਸਰਾਂ ਬਣੀ ਹੋਈ ਹੈ, ਤਾਂ ਅੰਦਰ ਸੰਗਤ ਆਉਂਦੀ ਹੈ ਅਤੇ ਉੱਥੇ ਰਹਿਣ ਵਾਸਤੇ ਹੋਰ ਵੀ ਕਮਰੇ ਬਣਾਏ। ਸਾਡੀ ਸੋਚ ਆ ਕਿ ਅਸੀਂ ਉਹਨੂੰ ਫਿਰ ਦੁਬਾਰਾ ਬਣਾਈਏ। ਤੋ ਇਹ ਸੇਵਾ ਮਹਾਂਪੁਰਸ਼ਾਂ ਨੇ ਜਿਸ ਵੇਲੇ ਸ਼ੁਰੂ ਕੀਤੀ, ਕਾਰ ਸੇਵਾ ਸ਼ੁਰੂ ਕੀਤੀ, ਅਤੇ ਉਹਨਾਂ ਨੇ ਪਰਨ ਕੀਤਾ ਕਿ ਅਸੀਂ ਨਾ ਹਰ ਸਾਲ ਜਾ ਕੇ ਉੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਅਸੀਂ ਲੰਗਰ ਲਾਇਆ ਕਰੀਏ, ਅਸੀਂ ਉੱਥੇ ਗੁਰਪੁਰਬ ਮਨਾਇਆ ਕਰੀਏ, ਅਸੀਂ ਉੱਥੇ ਉਹਨਾਂ ਦਾ ਆਗਮਨ ਗੁਰਪੁਰਬ ਮਨਾਈਏ। ਤੋ ਸਾਰੇ ਸੰਤ ਮਹਾਂਪੁਰਸ਼ ਇੱਕ ਵਾਰ ਸਾਲ ਵਿੱਚ ਜਾਂਦੇ ਸੀ ਹਰਿਦੁਆਰ। ਤੋ ਜਿਸ ਵੇਲੇ ਸਾਡੇ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਉਹ ਵੀ ਜਾਂਦੇ ਸੀ ਸਾਨੂੰ ਲੈ ਕੇ ਨਾਲ, ਵੀ ਚਲੋ ਵੀ ਆਪਾਂ ਵਿਹੜਾ ਚੱਲੀਏ, ਉੱਥੇ ਅੱਜ ਗੁਰਪੁਰਬ ਮਨਾਉਣਾ ਹਰਿਦੁਆਰ। ਅਤੇ ਸਾਰੇ ਮਹਾਂਪੁਰਸ਼ਾਂ ਨੇ ਜਾਣਾ, ਤਾਂ ਅਸੀਂ ਦੇਖਦੇ ਰਹੇ ਸਾਰਾ। ਅਤੇ ਅੱਜ ਜਿਸ ਵੇਲੇ ਸਾਨੂੰ ਇਹ ਸੇਵਾ ਮਿਲੀ, ਅਤੇ ਅਸੀਂ ਉਸ ਵੇਲੇ ਉਹ ਸਾਰਾ ਹੀ ਬਿਲਡਿੰਗ ਦਾ ਨਕਸ਼ਾ ਤਿਆਰ ਕੀਤਾ, ਔਰ ਨਕਸ਼ੇ ਤਿਆਰ ਕਰਕੇ ਉਹਦੀ ਨਵੀਂ ਬਿਲਡਿੰਗ ਦਾ ਵੀ ਕੀਤਾ। ਪਰ ਅਸੀਂ ਸਭ ਤੋਂ ਪਹਿਲਾਂ ਇੱਕ ਗੇਟ ਬਣਾਇਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ, ਉਹਨਾਂ ਦੀ ਯਾਦ ਵਿੱਚ। ਜਿਸ ਵੇਲੇ ਐਂਟਰ ਕਰਦੇ ਹੀ ਆ ਨਾ ਹਰਿਦੁਆਰ, ਤਾਂ ਐਂਟਰ ਕਰਦਿਆਂ ਬਾਬਾ ਜੀ ਦੇ, ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਗੇਟ ਬਣਿਆ, ਗੁਰੂ ਰਵਿਦਾਸ ਮੈਮੋਰੀਅਲ ਗੇਟ। ਔਰ ਗੇਟ ਦੇ ਨਾਲ ਹੀ ਗੁਰੂ ਰਵਿਦਾਸ ਘਾਟ ਬਣਾਇਆ ਗੰਗਾ ਦੇ ਕਿਨਾਰੇ, ਅਤੇ ਤਾਂ ਕਿ ਸੰਗਤ ਨੂੰ ਉੱਥੇ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਇਸ਼ਨਾਨ ਪਾਣੀ ਕਰਨ ਦੀ, ਅਤੇ ਉੱਥੇ ਆਪਣੇ ਘਾਟ 'ਤੇ ਇਸ਼ਨਾਨ ਕਰਨ, ਇੱਥੇ ਗੇਟ ਦੇ ਦਰਸ਼ਨ ਕਰਕੇ ਫਿਰ ਅੱਗੇ ਆਸ਼ਰਮ ਵਿੱਚ ਜਾਣ। ਅਤੇ ਉਹ ਗੇਟ ਅੱਜ ਬਣ ਕੇ ਤਿਆਰ ਆ। ਉਹਦੀ ਹਾਈਟ ਜੋ 75 ਫੁੱਟ ਆ, ਤੋ ਜਿਹੜੀ ਉਹਦੀ ਲੈਂਥ ਹੈ, ਚੌੜਾਈ ਆ, ਉਹ 110 ਫੁੱਟ ਦੀ ਆ, ਤੋ ਬਿਨਾਂ ਕਿਸੇ ਪਿਲਰ ਤੋਂ। ਤੋ ਇਸ ਵੇਲੇ ਏਸ਼ੀਆ ਦੇ ਵਿੱਚ ਇੱਕ ਉਹ ਗੇਟ ਆ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਹਰਿਦੁਆਰ ਬਣਾਇਆ, ਜਿੱਥੇ ਗਿਆਨ ਗੋਦੜੀ ਗੁਰਦੁਆਰਾ ਉਹਦੇ ਨਜ਼ਦੀਕ ਆ। ਅਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਜਿੱਥੇ ਹਰ ਕੀ ਪੌੜੀ ਆ, ਹਰ ਕੀ ਪੌੜੀ ਦੇ ਉੱਪਰ ਉਹਨਾਂ ਨੇ ਪੁਲ ਬਣਾ ਕੇ ਦੂਸਰੇ ਪਾਸੇ ਜਾਣ ਲਈ ਜਿਸ ਵੇਲੇ ਉਹ ਪੁਲ ਬਣਾਇਆ, ਅਤੇ ਗੁਰੂ ਰਵਿਦਾਸ ਮਹਾਰਾਜ ਦਾ ਮੰਦਿਰ ਥੱਲੇ ਆ ਗਿਆ। ਅਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਰਕਾਰਾਂ ਨੂੰ, ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ। ਅਸੀਂ ਫਿਰ ਉਹਨਾਂ ਦਾ ਥੋੜ੍ਹਾ ਘਿਰਾਓ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਨੌਜਵਾਨਾਂ ਨੇ ਥੋੜ੍ਹਾ ਜਿਹਾ ਹੱਲਾ ਬੋਲਿਆ, ਅਤੇ ਉਹ ਉੱਥੇ ਦੇ ਮੁੱਖ ਮੰਤਰੀ ਨੇ ਫਿਰ ਕਹਿਣ ਲੱਗਾ ਕਿ ਮੈਂ ਤਿਆਰ ਕਰਾ ਦੇਵਾਂਗਾ। ਅਤੇ ਉਹ ਸਾਡਾ ਉਹ ਮੰਦਿਰ, ਉਸ ਜਿਹੜੀ ਪੌੜੀ ਬਣ ਕੇ ਜਿਹੜਾ ਪੁਲ ਹੈ ਨਾ ਉਹਦੇ ਥੱਲੇ ਸੀ, ਉਹਦੇ ਉੱਪਰ ਗੁੰਬਜ ਬਣਾ ਦਿੱਤਾ ਉਹਨਾਂ ਨੇ, ਬਹੁਤ ਸੁੰਦਰ ਮੰਦਿਰ ਬਣਾ ਦਿੱਤਾ 2016 ਦੇ ਵਿੱਚ। ਅਤੇ ਮਾਲਕ ਦੀ ਕਿਰਪਾ ਹੋਈ। ਮੈਂ ਕਹਿਣ ਜਾ ਰਿਹਾ ਸੀ ਕਿ ਉਹ ਮਹਾਂਪੁਰਸ਼ਾਂ ਨੇ ਇਹ ਸੁਸਾਇਟੀ ਬਣਾਈ 1966-67 ਦੇ ਵਿੱਚ, ਅਤੇ ਅੱਜ ਉਹ ਸੁਸਾਇਟੀ ਚੱਲ ਰਹੀ ਹੈ, ਜਿਹਦੇ ਵਿੱਚ 360 ਡੇਰੇ ਪੰਜਾਬ ਦੇ ਆ, ਅਤੇ ਹੋਰ ਵੀ ਮਹਾਂਪੁਰਸ਼ ਜੋ ਹਿੰਦੁਸਤਾਨ 'ਚੋਂ ਜਾ ਕੇ ਉਸ ਯਾਤਰਾ ਵਿੱਚ ਸ਼ਾਮਿਲ ਹੁੰਦੇ ਆ। ਇਹ ਯਾਤਰਾ 2006 ਦੇ ਵਿੱਚ ਸ਼ੁਰੂ ਕੀਤੀ ਗਈ, ਸਿਰਫ ਇਹੋ ਹੀ ਜਾਗਰਤੀ ਵਾਸਤੇ। ਇਹਦਾ ਨਾਮ ਹੁੰਦਾ ਚੇਤਨਾ ਮਾਰਚ, ਜਗਾਉਣਾ, ਅਤੇ ਸਮਾਜ ਨੂੰ ਜਗਾਉਣਾ ਔਰ ਗੁਰੂ ਚਰਨਾਂ ਦੇ ਨਾਲ ਜੋੜਨਾ, ਸਾਡਾ ਇਹੋ ਹੀ ਮਕਸਦ ਸੀ। ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਅਸੀਂ ਪੜ੍ਹੀ ਸੀ ਕਿ ਭਗਤ ਭਗਤ ਜਗ ਬੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਜਿਸ ਵੇਲੇ ਇਹ ਵਾਰ ਪੜ੍ਹੀ, ਅਤੇ ਅਸੀਂ ਫਿਰ ਕਿਹਾ ਵੀ ਇਹ ਮਹਾਰਾਜ ਨੇ ਦਮੜੀ ਭੇਜੀ ਸੀ ਆਪਣੀ ਕਿਰਤ ਕਮਾਈ ਦੀ। ਅਤੇ ਉਸ ਵੇਲੇ 2006 ਤੋਂ ਫਿਰ ਅਸੀਂ ਸਾਰੇ ਮਹਾਂਪੁਰਸ਼ਾਂ ਨਾਲ ਬੇਨਤੀ ਕਰਕੇ, ਇਹ ਪੰਜਾਬ ਤੋਂ ਹਰਿਦੁਆਰ ਤੱਕ ਸੀ ਯਾਤਰਾ, ਔਰ ਜਿਸ ਵੇਲੇ ਇਹ ਹੋਰ ਲੋਕਾਂ ਨੂੰ ਪਤਾ ਲੱਗਿਆ ਅਤੇ ਜੰਮੂ ਵੱਲ ਚਲੇ ਗਈ। ਜੰਮੂ ਤੋਂ ਲੈ ਕੇ ਸ਼੍ਰੀਨਗਰ ਤੋਂ ਲੈ ਕੇ, ਇਸ ਵਾਰ ਅਸੀਂ ਸ਼੍ਰੀਨਗਰ ਤੋਂ ਸ਼ੁਰੂ ਕਰਨੀ ਆ, ਜੰਮੂ ਤੋਂ ਸ਼ੁਰੂ ਹੋਈ ਸੀ, ਅਤੇ ਜਿਹਦੇ ਵਿੱਚ ਕੋਈ 200-250 ਬੱਸ ਹੁੰਦੀ ਆ, ਔਰ ਕਈ ਟਰੱਕ ਵਗੈਰਾ, ਗੱਡੀਆਂ ਵਗੈਰਾ, ਮਤਲਬ ਉੱਥੇ ਕੁੰਭ ਲੱਗ ਜਾਂਦਾ ਜਿਸ ਵੇਲੇ ਅਸੀਂ ਉੱਥੇ ਯਾਤਰਾ ਲੈ ਕੇ ਜਾਈਦਾ। ਇਹਦਾ ਨਾਂ ਰੱਖਿਆ ਦਮੜੀ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ, ਜੰਮੂ ਤੋਂ ਲੈ ਕੇ ਹਰਿਦੁਆਰ ਤੱਕ। ਇਹਦੇ ਵਿੱਚ ਸਾਰੇ ਮਹਾਂਪੁਰਸ਼ ਜਿੰਨੇ ਪੰਜਾਬ ਦੇ ਆ, ਹਿਮਾਚਲ ਦੇ ਆ, ਹਰਿਆਣੇ ਦੇ ਆ, ਇਹ ਸਾਰੇ ਮਹਾਂਪੁਰਸ਼ ਇਸ ਵਿੱਚ ਸ਼ਾਮਿਲ ਹੁੰਦੇ ਆ, ਅਤੇ ਉਹ ਸ਼ਾਮਿਲ ਹੋ ਕੇ ਗੁਰਪੁਰਬ ਮਨਾਉਂਦੇ ਆ, ਅਖੰਡ ਪਾਠ ਕੀਤੇ ਜਾਂਦੇ ਆ।
ਖੁੱਲ੍ਹੇ ਪੰਡਾਲਾਂ ਦੇ ਵਿੱਚ ਲੰਗਰ ਲਗਾਇਆ ਜਾਂਦਾ ਔਰ ਪ੍ਰਵਚਨ ਕੀਤੇ ਜਾਂਦੇ। 3 ਦਿਨ ਦਾ ਇਹ ਸਮਾਗਮ ਹੁੰਦਾ ਅਤੇ ਵਾਪਸ ਫਿਰ ਚੌਥੇ ਦਿਨ ਸੰਗਤਾਂ ਵਾਪਸ ਆ ਜਾਂਦੀਆਂ। ਇਹਦਾ ਨਾਂ ਦਮੜੀ ਸ਼ੋਭਾ ਯਾਤਰਾ ਅਸੀਂ 2006 ਤੋਂ ਸ਼ੁਰੂ ਕੀਤੀ ਔਰ ਲਗਾਤਾਰ ਚੱਲ ਰਹੀ ਆ। बाबा कबीर जी कहते हैं, कबीर सेवा को दो भले, एक संत एक राम, राम जुदाता मुक्त का, संत जपावे नाम। ਜੀ तो बाबा जी जिथे ਇੰਨੀਆਂ ਸੇਵਾਵਾਂ ਕਰ ਰਹੇ ਹਨ ਡੇਰੇ ਦੇ ਵਿੱਚ ਨਿਤਾ ਪ੍ਰਤੀ, ਉੱਥੇ ਸੁਖਮਨੀ ਸਾਹਿਬ ਦੇ ਪਾਠ, ਅਖੰਡ ਪਾਠ ਸਾਹਿਬ, ਔਰ ਨਾਲ ਨਾਲ ਹੌਸਪੀਟਲ ਦਾ ਕੰਮ, ਨਾਲ ਸਕੂਲ ਦਾ ਕੰਮ, ਔਰ ਨਾਲ ਨਾਲ ਇਹ ਸ਼ੁਭ ਯਾਤਰਾ ਜੋ ਸਾਰੀਆਂ ਸੰਗਤਾਂ ਦੇ ਵਾਸਤੇ ਉਪਕਾਰ ਵਾਸਤੇ ਹੈ। तो बाबा जी आप जी का बहुत बहुत ਧੰਨਵਾਦ। ਆਪ ਜੀ ਨੇ ਸਟੂਡੀਓ ਵਿੱਚ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਕੀਤੇ ਹਨ। ਤਾਂ ਆਪ ਜੀ ਨੇ ਆਪਣੇ ਜੋ ਪ੍ਰੋਜੈਕਟ ਹਨ ਉਹਨਾਂ ਬਾਰੇ ਸੰਗਤਾਂ ਨੂੰ ਜਾਣੀ ਕਰਵਾਇਆ, ਔਰ ਸੰਗਤਾਂ ਜਾਣਦੀਆਂ ਹਨ ਕਿਉਂਕਿ ਆਪ ਜੀ ਦੇ ਪ੍ਰੋਜੈਕਟ ਟੈਲੀਵਿਜ਼ਨ 'ਤੇ ਅੱਗੇ ਵੀ ਆਉਂਦੇ ਰਹੇ ਹਨ, ਦੇਖਦੇ ਰਹੇ ਹਨ। ਆਪ ਜੀ ਦੇ ਜੋ ਕੈਂਪ ਲੱਗਦੇ ਹਨ, ਹੋਰ ਵੀ ਸਮਾਗਮ, ਤਾਂ ਇਹ ਸਾਰਿਆਂ ਸੰਗਤਾਂ ਦਾ ਹੀ ਸਹਿਯੋਗ ਹੈ। ਔਰ ਇੱਕ ਇੱਕ ਪੈਨੀ ਜੋ ਇੱਕ ਇੱਕ ਪਾਊਂਡ ਜੋ ਸੰਗਤਾਂ ਬਾਬਾ ਜੀ ਨੂੰ ਦਿੰਦੀਆਂ, ਅਸੀਂ ਆਪ ਜਾ ਕੇ ਦੇਖਦੇ ਹਾਂ ਕਿ ਬਾਬਾ ਜੀ ਸੰਗਤਾਂ ਦੇ ਵਾਸਤੇ ਉਸੇ ਵੇਲੇ ਹੀ ਉਪਰਾਲਾ ਕਰਕੇ ਉਹ ਇੱਕ ਇੱਕ ਪਾਊਂਡ ਜੋ ਆਪ ਜੀ ਭੇਜਦੇ ਹੋ ਉਸੇ ਵੇਲੇ ਉੱਧਰ ਪਾਸੇ ਚਲੇ ਜਾਂਦਾ, ਦੇਖਦੇ ਹੋ ਸਕੂਲਾਂ ਦੇ ਵਿੱਚ ਔਰ ਹੌਸਪੀਟਲ ਦੇ ਵਿੱਚ। ਔਰ ਉੱਥੇ ਦੇਖਿਆ ਕਿ ਜੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਬਾਬਾ ਜੀ ਪਾਸ ਐਸੇ ਕੰਟੈਕਟ ਹਨ ਕਿ 1 ਘੰਟੇ ਦੇ ਵਿੱਚ ਵੀ ਇੱਕ ਵਾਰੀ ਉੱਥੇ 150 ਮਰੀਜ਼ ਇਕੱਠਾ ਰਾਤ ਨੂੰ ਰੱਖਣਾ ਪੈ ਗਿਆ। 100 ਬੰਦੇ ਦਾ ਬੰਦੋਬਸਤ ਸੀਗਾ ਅਤੇ ਬਾਬਾ ਜੀ ਨੇ ਟੈਲੀਫੋਨ ਕੀਤਾ ਅਤੇ ਉਸੇ ਵੇਲੇ ਹੀ ਅੱਧੇ ਘੰਟੇ ਦੇ ਵਿੱਚ ਰਜਾਈਆਂ ਅਤੇ ਅੱਧੇ ਵੇਲੇ ਮਤੜੇ ਅਤੇ ਅੱਧੇ ਵੇਲੇ ਸਾਰਾ ਕੁਛ ਅੱਧੇ ਘੰਟੇ ਤਿਆਰ ਹੋ ਗਿਆ। ਔਰ 150 ਮਰੀਜ਼ ਰਾਤ ਦਾ ਹੌਸਪੀਟਲ ਵਿੱਚ ਰੱਖ ਕੇ ਆਪਰੇਸ਼ਨ ਕਰਕੇ, ਤਾਂ ਉਹ ਸਾਰਾ ਕੁਛ ਆਪਾਂ ਉੱਥੇ ਅੱਖੀਂ ਦੇਖਿਆ। ਤਾਂ ਬਹੁਤ ਹੀ ਵੱਡਾ ਉਪਰਾਲਾ ਬਾਬਾ ਜੀ ਦਾ, ਬਹੁਤ ਹੀ ਪਬਲਿਕ ਦੀ ਸੇਵਾ ਹੈ, ਸੰਗਤਾਂ ਦੀ ਸੇਵਾ ਹੈ। ਸੋ ਬਾਬਾ ਜੀ ਆਪ ਜੀ ਨੇ ਆਪਣੇ ਪ੍ਰੋਜੈਕਟ ਹਨ, ਔਰ ਆਪ ਜੀ ਦਾ ਜੋ ਇਸ ਤੋਂ ਅਗਲਾ ਕੋਈ ਪ੍ਰੋਜੈਕਟ ਹੈ ਜਾਂ ਵਿਜ਼ਨ ਹੈ ਆਪ ਜੀ ਦੀ, ਉਹ ਆਪ ਸਾਂਝੀ ਕਰਨੀ ਚਾਹੋਗੇ? ਹਾਂ, ਅਸੀਂ ਉਹ ਬੇਨਤੀ ਕਰਾਂਗੇ ਸੰਗਤ ਨੂੰ ਵੀ, ਔਰ ਸਾਡਾ ਵੀ ਇਹ ਸੋਚ ਹੈ ਕਿ ਅਸੀਂ ਇਹ ਸਕੂਲ ਤੋਂ ਬਾਅਦ ਕਾਲਜ ਬਣਾਵਾਂਗੇ, ਔਰ ਕਾਲਜ ਤੋਂ ਤਿਆਰ ਹੋ ਜਾਏਗਾ ਕਿਉਂਕਿ ਸਾਡੇ ਕੋਲ ਸਥਾਨ ਹੈਗਾ, ਜਗ੍ਹਾ ਹੈ ਸਾਨੂੰ ਮਾਲਕ ਨੇ ਦਿੱਤੀ ਹੋਈ। ਕਾਲਜ ਵਾਸਤੇ ਸਾਡੇ ਕੋਲ ਜਗ੍ਹਾ ਬਹੁਤ ਵਧੀਆ। ਜਦੋਂ ਤੱਕ 5 ਕਾਲਜ ਨਹੀਂ ਬਣਦੇ ਉਦੋਂ ਤੱਕ ਅਸੀਂ ਯੂਨੀਵਰਸਿਟੀ ਨਹੀਂ ਤਿਆਰ ਕਰ ਸਕਦੇ। ਕਈ ਮਹਾਂਪੁਰਸ਼ ਯੂਨੀਵਰਸਿਟੀ ਬਣਾਉਣ ਲੱਗੇ ਆ, ਪਰ ਉਹਨਾਂ ਨੂੰ ਇਹ ਇੰਨੀ ਛੇਤੀ ਯੂਨੀਵਰਸਿਟੀ ਨਹੀਂ ਬਣ ਸਕਦੀ। ਜਦੋਂ ਮਹਾਂਪੁਰਸ਼ਾਂ ਦਾ ਸੋਚ ਆ ਕਿ ਅਸੀਂ ਇੱਕਦਮ ਯੂਨੀਵਰਸਿਟੀ ਬਣਾ ਦਈਏ, ਪਰ ਉਹ ਯੂਨੀਵਰਸਿਟੀ ਬਣਾਉਣ ਦੇ ਨਿਯਮ ਹੈ, ਤਾਂ ਕਈ ਕੁਛ ਹੀ ਸਾਨੂੰ ਕਰਨਾ ਪੈਂਦਾ। ਪਰ ਉਹਦੇ ਵਿੱਚ ਅਸੀਂ 5 ਕਾਲਜ ਪਹਿਲਾਂ ਤਿਆਰ ਕਰਾਂਗੇ। 5 ਪਹਿਲਾਂ ਸਕੂਲ ਚਾਹੀਦੇ ਆ, ਸਕੂਲ ਸਾਡੇ ਤਿਆਰ ਆ 5, ਔਰ 5 ਸਕੂਲਾਂ ਤੋਂ ਅੱਗੇ ਸਾਨੂੰ ਜਿਹੜੀ ਗੌਰਮੈਂਟ ਵੱਲੋਂ ਪਾਲਿਸੀ ਆ ਉਹ 5 ਕਾਲਜ ਹੋਣੇ ਚਾਹੀਦੇ ਆ। ਜਿਸ ਸਾਡੇ 5 ਕਾਲਜ ਬਣ ਗਏ, ਉਸ ਤੋਂ ਬਾਅਦ ਸਾਡਾ ਜੇ ਅਗਲਾ ਪ੍ਰੋਜੈਕਟ ਜੋ ਹੈ ਉਹ ਯੂਨੀਵਰਸਿਟੀ ਦਾ ਹੈ, ਕਿਉਂਕਿ ਪਬਲਿਕ ਸਕੂਲ ਜਿਹੜੇ ਸਧਾਰਨ ਲੋਕ ਆ ਉਹ ਆਪੋ ਆਪਣੇ ਨਾਮ 'ਤੇ ਯੂਨੀਵਰਸਿਟੀ ਉਹਨਾਂ ਨੇ ਤਿਆਰ ਕਰ ਲਈਆਂ, ਪਰ ਇੱਕ ਗੁਰੂ ਮਹਾਰਾਜ ਦੇ ਨਾਮ 'ਤੇ ਅੱਜ ਤੱਕ ਕੋਈ ਯੂਨੀਵਰਸਿਟੀ ਨਹੀਂ ਹੈ। ਸਾਡੇ ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਕੋਈ ਯੂਨੀਵਰਸਿਟੀ ਨਹੀਂ ਹੈ। ਭਗਵਾਨ ਵਾਲਮੀਕ ਜੀ ਦੇ ਨਾਂ 'ਤੇ ਕੋਈ ਯੂਨੀਵਰਸਿਟੀ ਨਹੀਂ ਹੈ। ਤਾਂ ਸਾਡੀ ਇਹ ਸੋਚ ਆ, ਸਾਰੇ ਮਹਾਂਪੁਰਸ਼ਾਂ ਨੂੰ ਬੇਨਤੀ ਵੀ ਕਰਦੇ ਹਾਂ, ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਤੁਸੀਂ ਨਾ ਚੁੱਪ ਨੀਵੀਂ ਪਾ ਕੇ ਬੈਠੇ ਆ, ਤੁਸੀਂ ਜਾਗੋ ਔਰ ਜਾਗ ਕੇ ਯਤਨ ਕਰੋ। ਯਤਨ ਕਰਕੇ ਤੁਸੀਂ ਉੱਧਰ ਪ੍ਰੋਜੈਕਟਾਂ ਵੱਲ ਵਧੋ, ਕਿਉਂਕਿ ਸਾਡੇ ਕੋਲ ਜ਼ਮੀਨ ਵੀ ਹੈ। ਸਾਡੇ ਫਗਵਾੜੇ ਕੋਈ 25 ਏਕੜ ਦੇ ਕਰੀਬ ਜ਼ਮੀਨ ਸਾਡੇ ਕੋਲ ਪਈ ਹੋਈ ਆ, ਔਰ 17 ਏਕੜ ਉਹ ਪਈ ਹੋਈ ਆ ਜਿੱਥੇ ਤੁਸੀਂ ਰੈਜ਼ੀਡੈਂਸ ਬਣਾਉਣਾ। ਤਾਂ ਸਾਰਾ ਕੁਝ ਸਾਡੇ ਕੋਲ ਪਿਆ ਹੋਇਆ, ਸਾਨੂੰ ਕੁਝ ਲਿਆਉਣ ਦੀ ਲੋੜ ਨਹੀਂ ਹੈਗੀ, ਪਰ ਜਾਗਣ ਦੀ ਲੋੜ ਹੈ। ਜਿਹੜੇ ਸੁੱਤੇ ਹੋਣ ਉਹਨਾਂ ਦਾ ਠਾਲਣਾ ਔਖਾ, ਬਹੁਤਾ ਔਖਾ ਨਹੀਂ ਹੈਗਾ। ਜਿਹੜੇ ਜਾਗਦੇ ਸੁੱਤੇ ਹੋਏ ਉਹਨਾਂ ਵਾਸਤੇ ਉਹਨਾਂ ਨੂੰ ਠਾਲਣਾ ਬੜਾ ਔਖਾ ਆ। ਅਤੇ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ, ਸਾਰੀ ਸੰਗਤ ਨੂੰ, ਕਿ ਤੁਸੀਂ ਜਾਗ ਕੇ ਜਿਹੜੇ ਹੋਰ ਇੱਥੇ ਦੇ ਪ੍ਰੋਜੈਕਟ ਆ ਵਿਦੇਸ਼ਾਂ ਦੇ, ਉਹਨਾਂ ਨੂੰ ਬੰਦ ਕਰਕੇ ਜਿਹੜੇ ਉੱਥੇ ਸਾਡੀ ਸੰਤਾਨ ਰੁਲ ਰਹੀ ਆ, ਸਾਡੇ ਬੱਚੇ ਨੌਜਵਾਨ ਗੁੰਮਰਾਹ ਹੋ ਰਹੇ, ਨਸ਼ਿਆਂ ਦੇ ਉੱਪਰ ਲੋਕਾਂ ਨੇ ਇੰਨਾ ਜ਼ੋਰ ਦਿੱਤਾ ਹੋਇਆ। ਨਸ਼ੇ ਵੀ ਉਹ ਲੋਕ ਕਰਦੇ ਜਿਹਨਾਂ ਕੋਲ ਪੈਸਾ ਆ, ਤਾਂ ਉਹ ਪੈਸਾ ਲਾ ਕੇ ਆਪਣੀਆਂ ਜਾਇਦਾਦਾਂ ਵੇਚ ਕੇ ਨਸ਼ੇ ਕਰ ਰਹੇ ਆ, ਅਤੇ ਜਿਹੜੇ ਗਰੀਬ ਆ ਵਿਚਾਰੇ ਉਹ ਵੈਸੇ ਹੀ ਫਸੇ ਹੋਏ ਆ, ਅਤੇ ਉਹ ਗਰੀਬਾਂ ਨੂੰ ਵਰਤਦੇ ਆ ਨਸ਼ੇ ਲਿਜਾਣ ਵਾਸਤੇ। ਅਤੇ ਜੇ ਅਸੀਂ ਇਹਨਾਂ ਵਾਸਤੇ ਇਸ ਤਰ੍ਹਾਂ ਦੇ ਵਿਦਿਆਲੇ ਖੋਲ੍ਹਾਂਗੇ, ਇਸ ਤਰ੍ਹਾਂ ਦੇ ਯਤਨ ਕਰਾਂਗੇ, ਕੋਈ ਟੈਕਨੀਕਲ ਕਾਲਜ ਖੋਲ੍ਹਾਂਗੇ, ਉਹ ਸਾਡੇ ਬੱਚੇ ਜਿਹੜੇ ਉੱਧਰ ਉਹਨਾਂ ਦੀ ਰੁਚੀ ਹੋ ਜਾਏਗੀ, ਉਹ ਦੇਸ਼ ਦੀ ਸੇਵਾ ਕਰਨਗੇ ਔਰ ਆਪਣੀ ਜ਼ਿੰਦਗੀ ਬਣਾਉਣਗੇ, ਬਾਹਰ ਆ ਜਾਣਗੇ, ਬਾਹਰ ਆ ਕੇ ਆਪਣੀ ਜ਼ਿੰਦਗੀ ਬਣਾਉਣਗੇ ਜਿੱਥੇ ਉਹਨਾਂ ਨੂੰ ਉਹ ਸਰਟੀਫਿਕੇਟ ਕੋਲ ਹੋਣਗੇ। ਜੋ ਸਾਡਾ ਇਹ ਜੋ ਯਤਨ ਆ ਕਿ ਅਸੀਂ ਇਸ ਵਿੱਦਿਆ ਦੇ ਦਾਇਰੇ ਨੂੰ, ਮਤਲਬ ਜਿਹੜਾ ਐਜੂਕੇਸ਼ਨ ਦਾ ਜਿਹੜਾ ਪ੍ਰੋਜੈਕਟ ਹੈ, ਇਹਨੂੰ ਹੋਰ ਮਜ਼ਬੂਤ ਕਰੀਏ। ਉਹ ਮਜ਼ਬੂਤ ਤਦੇ ਹੋਏਗਾ ਤੁਹਾਡੀ ਉਪਰਾਲੇ ਦੇ ਨਾਲ।
ਤੇ ਇੱਥੇ ਹੁਣ ਅਸੀਂ ਕਈ ਵਾਰੀ ਸੰਗਤ ਨੂੰ ਇੱਥੇ ਵੀ ਆਏ ਹਾਂ, ਕਈ ਚੈਨਲਾਂ 'ਤੇ ਅਸੀਂ ਗੱਲਾਂ ਬਾਤਾਂ ਕੀਤੀਆਂ ਔਰ ਕਈ ਵਾਰੀ ਅਸੀਂ ਬੇਨਤੀਆਂ ਕੀਤੀਆਂ ਕਿ ਤੁਸੀਂ ਇਹ ਜਿਹੜੇ ਚੈਨਲ ਆ, ਅਸੀਂ ਤੁਹਾਨੂੰ ਇਹਨਾਂ ਦੁਆਰਾ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਜਾਗ ਕੇ ਜਿਹੜੇ ਕੌਮ ਦੇ ਕੰਮ ਹੈ, ਜਿਹੜੇ ਬੱਚਿਆਂ ਦੇ ਸਾਡੇ ਰੁਲਦੇ ਪੰਜਾਬ ਦੇ ਵਿੱਚ, ਉਹਨਾਂ ਲਈ ਸੋਚੋ। ਤੇ ਇੱਥੇ ਇਹਨਾਂ ਨੇ ਕੇਸਾਂ 'ਤੇ ਲਾਉਣਾ, ਪਤਾ ਨਹੀਂ ਕਿੰਨੇ ਕਿੰਨੇ ਕੇਸ ਲੜੀ ਜਾ ਰਹੇ ਆ, ਉਹ ਵਕੀਲ ਲੈ ਕੇ ਜਾ ਰਹੇ ਆ, ਕੁਛ ਗੋਲਕਾਂ ਜੋ ਜ਼ਬਰਦਸਤੀ ਤੋੜ ਕੇ ਗੋਲਕਾਂ ਪੈਸੇ ਕੱਢ ਲਿਆ, ਉਹ ਤਾਂ ਬਰਦਾਸ਼ਤ ਕਰ ਲੈਣਗੇ ਉਹ, ਲੇਕਿਨ ਜਿਹੜੇ ਬੱਚਿਆਂ ਦਾ ਜ਼ਿੰਦਗੀ ਖਤਮ ਹੋ ਰਹੀ ਹੈ ਉਹਨਾਂ ਬਾਰੇ ਨਹੀਂ ਇਹਨਾਂ ਨੂੰ ਕੋਈ ਸੋਚ ਆਏਗੀ। ਤੇ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਤਨੇ ਵੀ ਗੁਰਮੁਖ ਪਿਆਰੇ ਹੈਗੇ, ਜਿਤਨੇ ਵੀ ਜਥੇਬੰਦੀਆਂ ਹੈਗੀਆਂ, ਜਿਤਨੇ ਵੀ ਸੇਵਾਦਾਰ ਹੈਗੇ ਕਿ ਜਿਹੜੇ ਦੇਸ਼ ਕੌਮ ਦੀ ਸੇਵਾ ਕਰਨੀ ਚਾਹੁੰਦੇ ਆ, ਉਹ ਉੱਠ ਕੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਆ ਗੁਰੂ ਮਹਾਰਾਜ ਦੇ ਨਾਮ 'ਤੇ ਛੱਡੇ ਹੋਏ ਔਰ ਮਹਾਂਪੁਰਸ਼ਾਂ ਨੀਂਹ ਪੱਥਰ ਰੱਖੇ ਉਹਨਾਂ ਲੋਕਾਂ ਜੀ। ਸੰਤ ਤਾਂ ਇੱਕ ਕਿਸੇ ਫੈਕਟਰੀ ਦਾ, ਕਿਸੇ ਘਰ ਦਾ ਨੀਂਹ ਪੱਥਰ ਰੱਖਦੇ ਨੇ ਤੇ ਉਹ ਸਾਰੀ ਉਮਰ ਉਹ ਮੱਥਾ ਹੀ ਟੇਕਦੇ ਰਹਿੰਦੇ ਆ। ਤੇ ਜਿੱਥੇ ਸਾਰੇ ਮਹਾਂਪੁਰਸ਼ਾਂ ਨੇ ਰੱਖੇ ਹੋਣ ਨੀਂਹ ਪੱਥਰ ਤੇ ਉਧਰ ਦੇਖਦੇ ਤੱਕ ਨਹੀਂ ਲੋਕ ਇਹੋ। ਤੇ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਤੁਸੀਂ ਇਹ ਜਿਹੜੇ ਪ੍ਰੋਜੈਕਟ ਅਧੂਰੇ ਪਏ ਆ ਉਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਤਵੱਜੋ ਦੇ ਕੇ, ਕਿਉਂਕਿ ਇੱਕ ਖੇਤ ਲੈਣਾ ਹੋਵੇ ਤੇ 2 ਕਰੋੜ ਦਾ ਆ ਜਿੱਥੇ ਉਹ ਜਗ੍ਹਾ ਪਈ ਹੋਈ ਆ, ਤੇ ਅੱਜ ਸਾਡੇ ਕੋਲ 25 ਏਕੜ ਆ ਤੇ ਕਿੰਨੇ ਕਰੋੜ ਦਾ ਹੋ ਗਿਆ ਉਹ 50 ਕਰੋੜ ਦਾ ਸਾਡੇ ਕੋਲ ਪ੍ਰੋਜੈਕਟ ਦੇ ਪੈਸੇ ਪਿਆ ਔਰ 17 ਏਕੜ ਹੋਰ ਜਗ੍ਹਾ ਪਈ ਹੋਈ ਹੈ ਜਿੱਥੇ ਬੱਚਿਆਂ ਨੂੰ ਰੈਜ਼ੀਡੈਂਸ ਬਣਾਉਣਾ। ਤੇ ਅਸੀਂ ਕਹਿੰਦੇ ਵੀ ਸਾਰੀ ਸੰਗਤ ਇਕੱਠੇ ਹੋ ਕੇ ਹੱਲਾ ਬੋਲ ਕੇ ਜਿੰਨੀਆਂ ਵੀ ਇੱਥੇ ਦੀਆਂ ਸਭਾਵਾਂ ਹੈਗੀਆਂ, ਜਿੰਨੇ ਵੀ ਲੋਕ ਸਮਰਪਿਤ ਆ ਕੌਮ ਲਈ ਔਰ ਬੱਚਿਆਂ ਲਈ, ਦੇਸ਼ ਲਈ, ਸਾਡੇ ਹਿੰਦੁਸਤਾਨ ਲਈ, ਪੰਜਾਬ ਲਈ, ਸਰਕਾਰਾਂ ਨੇ ਕਿਸੇ ਨੇ ਕੁਛ ਨਹੀਂ ਕਰਨਾ। ਇਹ ਜਦੋਂ ਤੱਕ ਤੁਸੀਂ ਨਹੀਂ ਉੱਠੋਗੇ, ਸਰਕਾਰਾਂ ਨੇ ਕਿਸੇ ਨੇ ਕੁਛ ਤੁਹਾਨੂੰ ਨਹੀਂ ਦੇਣਾ ਔਰ ਉਦੋਂ ਤੱਕ ਇਹ ਪਿੱਛੇ ਰਹਿਣਗੇ ਜਦੋਂ ਤੱਕ ਤੁਸੀਂ ਨਹੀਂ ਜਾਗਦੇ। ਜਦੋਂ ਤੁਸੀਂ ਜਾਗੋਗੇ ਇਹ ਸਾਰੇ ਪਿੱਛੇ ਹੋ ਜਾਣੇ ਆ। ਤੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ, ਸਾਰੀ ਇੱਥੇ ਦੇ ਸ਼ਰਧਾਲੂਆਂ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੇ ਪ੍ਰੋਜੈਕਟ ਗੁਰੂ ਮਹਾਰਾਜ ਮਹਾਂਪੁਰਸ਼ਾਂ ਨੇ ਨੀਂਹ ਪੱਥਰ ਰੱਖੇ ਹੋਏ ਆ ਔਰ ਮਹਾਂਪੁਰਸ਼ਾਂ ਨੇ ਉਹ ਉਡੀਕੇ ਹੋਏ ਆ, ਉਹਨਾਂ ਨੇ ਅਰਦਾਸਾਂ ਕੀਤੀਆਂ ਹੋਈਆਂ, ਉਹਨਾਂ ਨੂੰ ਅਸੀਂ ਪੂਰਾ ਕਰੀਏ। ਬਾਬਾ ਜੀ, ਅਸੀਂ ਸੁਭਾਗ ਮਿਲਦਾ ਰਹਿੰਦਾ ਸਾਲ ਦੇ ਵਿੱਚ ਤਕਰੀਬਨ 2 ਵਾਰੀ ਉੱਥੇ ਆਉਣ ਜਾਣ ਦਾ, ਪੰਜਾਬ, ਜਲੰਧਰ, ਆਲੇ ਦੁਆਲੇ ਦੇ ਏਰੀਏ 'ਚ। ਤੋ ਇਹ ਆਪਾਂ ਜਿਹੜੇ ਤੁਹਾਡੇ ਪ੍ਰੋਜੈਕਟ ਹਨ, ਪਰਸਨਲੀ ਤੌਰ 'ਤੇ ਅਸੀਂ ਵੇਖਿਆ ਕਿ ਜਿੰਨੇ ਵੀ ਕੈਂਪ ਲੱਗਦੇ ਹਨ, ਮੈਡੀਕਲ ਕੈਂਪ ਲੱਗਦੇ ਹਨ, ਡੈਂਟਲ ਕੈਂਪ ਲੱਗਦੇ ਹਨ, ਆਈ ਕੈਂਪ ਲੱਗਦੇ ਹਨ, ਉਹਨਾਂ ਦੇ ਵਿੱਚ ਮੈਜੋਰਟੀ ਜੋ ਹਨ ਉਹ ਜਿਹੜੇ ਨਹੀਂ ਅਫੋਰਡ ਕਰ ਸਕਦੇ ਆਪਣੇ ਕੋਲੋਂ, ਜਿਹੜੇ ਗਰੀਬ ਕਹਿ ਲਈਏ, ਉਹਨਾਂ ਲੋੜਵੰਦ ਕਹਿ ਲਈਏ, ਉਹੀ ਉੱਥੇ ਆਉਂਦੇ ਹਨ। ਇਸ ਤਰ੍ਹਾਂ ਜੋ ਆਪ ਜੀ ਦਾ ਸਕੂਲ ਹੈ ਉਹਦੇ ਵਿੱਚ ਅਸੀਂ ਬੱਚੇ ਦੇਖੇ ਹਨ, ਇਹੋ ਜਿਹੇ ਬੱਚੇ ਹਨ ਜਿਹੜੇ ਕਿ ਆਪਣਾ ਯੂਨੀਫਾਰਮ ਨਹੀਂ ਅਫੋਰਡ ਕਰ ਸਕਦੇ, ਉਹਨਾਂ ਦੀਆਂ ਫੀਸਾਂ ਦੇਣੀਆਂ ਬੜੀਆਂ ਮੁਸ਼ਕਿਲ ਹਨ ਔਰ ਬਾਬਾ ਜੀ ਆਪ ਜੀ ਨੇ ਉਹਨਾਂ ਦਾ ਹੱਥ ਫੜਿਆ ਹੈ। ਤੋ ਇਹ ਸੰਗਤਾਂ ਵਾਸਤੇ ਬਹੁਤ ਵੱਡੀ ਓਪਰਚੁਨਿਟੀ ਹੈ, ਕਿਉਂਕਿ ਬੇਸ਼ੱਕ ਪੰਜਾਬ ਦੇ ਵਿੱਚ ਬੜੀ ਖੁਸ਼ਹਾਲੀ ਹੈ, ਲੇਕਿਨ ਜੋ ਪਿੱਛੇ ਰਹਿ ਚੁੱਕੇ ਹਨ ਉਹ ਹਜੇ ਵੀ ਉਸ ਤਰ੍ਹਾਂ ਪਿੱਛੇ ਹਨ ਔਰ ਉਹਨਾਂ ਦੀ ਮਦਦ ਕਰਨ ਵਾਸਤੇ, ਉਹਨਾਂ ਦੀ ਹੈਲਪ ਕਰਨ ਵਾਸਤੇ ਔਰ ਆਪਣੀ ਮਾਇਆ ਸਰਵ ਕਰਨ ਵਾਸਤੇ ਬਾਬਾ ਜੀ ਦੇ ਬਹੁਤ ਸੁੰਦਰ ਪ੍ਰੋਜੈਕਟ ਹਨ। ਤੋ ਜਿਨ੍ਹਾਂ ਨੇ ਇਹਦੇ ਵਿੱਚ ਆਪਣੇ ਵੱਲੋਂ ਹਿੱਸਾ ਪਾਉਣਾ ਹਨ ਤਾਂ ਬਾਬਾ ਜੀ ਦੀ ਆਪ ਸੇਵਾ ਕਰ ਸਕਦੇ ਹੋ ਔਰ ਇਸ ਚੀਜ਼ ਦੀ ਸਾਨੂੰ ਪੱਕੀ ਗਾਰੰਟੀ ਹੈ, ਕਿਉਂਕਿ ਅਸੀਂ ਅੱਖੀਂ ਦੇਖਿਆ ਉੱਥੇ ਆਪ ਸੰਗਤਾਂ ਨੇ ਸਾਨੂੰ ਪਿੱਛੇ 40-50 ਹਜ਼ਾਰ ਪਾਉਂਡ ਦਿੱਤੇ ਸੀ ਕੈਂਪ ਲਵਾਉਣ ਵਾਸਤੇ। ਅਸੀਂ ਕੱਲੀ ਚੀਜ਼ ਉੱਥੇ ਜਾ ਕੇ ਆਪਣੇ ਹੱਥੀਂ ਕਰਕੇ ਆ ਕੇ ਉਹ ਪੈਸਾ ਸਪੈਂਡ ਕੀਤਾ ਔਰ ਬਾਬਾ ਜੀ ਨੇ ਆਪਣੇ ਕੋਲੋਂ ਖਰਚੇ ਪਾ ਕੇ ਵਿੱਚ ਹੋਰ ਕੈਂਪ ਨਾਲ ਲਵਾਏ, ਹੋਰ ਵੀ ਵੱਡੇ ਕੀਤੇ। ਹਾਂ, ਜਿਹੜੇ ਕੈਂਪ ਲਗਾਏ ਜਾਂਦੇ ਨਾ ਜੀ ਅੱਖਾਂ ਦੇ, ਉਹਦੇ ਵਿੱਚ ਇੱਕ ਵਿਸ਼ੇਸ਼ਤਾ ਹੈਗੀ ਹੈ। ਜਦੋਂ ਅਸੀਂ ਮਰੀਜ਼ ਨੂੰ ਸਿਲੈਕਟ ਕਰਦੇ ਨਾ, ਉਹਦਾ ਸਭ ਤੋਂ ਪਹਿਲਾਂ ਅਸੀਂ ਟਰੀਟਮੈਂਟ ਕਰਦੇ, ਮੈਡੀਕਲ ਕਰਦੇ ਹਾਂ, ਉਹਨੂੰ ਬਲੱਡ ਪ੍ਰੈਸ਼ਰ ਨਾ ਹੋਵੇ, ਸ਼ੂਗਰ ਨਾ ਹੋਵੇ, ਉਹਨੂੰ ਡਾਊਨ ਆਪਣੇ ਨੋਰਮਲ ਕਰਨ ਵਾਸਤੇ ਅਸੀਂ ਦਵਾਈਆਂ ਦਿੰਦੇ ਹਾਂ। ਉਹ ਤੁਸੀਂ ਖੁਦ ਦੇਖਿਆ ਹੋਏਗਾ। ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਉੱਥੇ ਕੈਂਪ ਜਾ ਕੇ ਲਗਾਉਂਦੇ ਆ ਔਰ ਜਿਹੜਾ ਮਰੀਜ਼ ਉੱਥੋਂ ਟਰੀਟਮੈਂਟ ਕਰਾ ਕੇ ਆਇਆ, ਉਹ ਤੁਸੀਂ ਉਹਦੇ ਘਰ ਇੱਕ ਅਸੀਂ ਕਾਰਡ ਦਿੰਦੇ ਉਹਨੂੰ ਜਾਣ ਵਾਸਤੇ, ਸਾਰਾ ਕੁਝ ਲਿਖਿਆ ਹੁੰਦਾ ਵੀ ਕਿੱਦਾਂ ਦਵਾਈਆਂ ਤੁਸੀਂ ਲੈਣੀਆਂ, ਕਿੱਦਾਂ ਵਰਤਣੀਆਂ ਔਰ ਜਿਹੜਾ ਲੈਂਸ ਉਹਦੀ ਅੱਖਾਂ 'ਚ ਪਾਇਆ ਜਾਂਦਾ ਉਹਦਾ ਨੰਬਰ ਉਹਦੇ ਕਾਰਡ ਦੇ ਨਾਲ ਹੀ ਇਸ ਤਰ੍ਹਾਂ ਫਿੱਟ ਕਰ ਦਿੰਦਾ। ਉਹ ਜਦੋਂ ਮਰਜ਼ੀ ਦੇਖ ਸਕਦਾ ਕਿ ਇਹ ਲੈਂਸ ਕਿਹੜਾ ਪਾਇਆ, ਕਦੋਂ ਪਾਇਆ, ਕਿੱਦਾਂ ਪਾਇਆ, ਉਹ ਸਾਰਾ ਕੁਝ, ਇਹ ਦਵਾਈਆਂ ਕਿਹੜੀਆਂ ਦਿੱਤੀਆਂ, ਤੇ ਇਸ ਤਰ੍ਹਾਂ ਦਾ ਸਾਰਾ ਪ੍ਰੂਫ ਜਿਹੜਾ ਉਹ ਮਰੀਜ਼ ਦੇ ਨਾਲ ਹੀ ਹੁੰਦਾ। ਤੇ ਜੇ ਕਿਸੇ ਨੂੰ ਸ਼ੱਕ ਹੋਵੇ, ਇਸ ਨੂੰ ਜਾਂਦੇ ਕੈਂਪ ਲਵਾ ਕੇ ਜਾਂਦੇ, ਪੈਸੇ ਦੇ ਕੇ ਵਾਪਸ ਆਉਂਦੇ, ਪਤਾ ਨਹੀਂ ਕਿਸੇ ਦਾ ਟਰੀਟਮੈਂਟ ਹੋਇਆ ਜਾਂ ਨਹੀਂ ਹੋਇਆ। ਸਹੀ ਗੱਲ ਹੈ। ਤੇ ਇਸ ਕਰਕੇ ਉਹਨਾਂ ਦਾ ਪ੍ਰੂਫ ਨਾਲ ਲਗਾਇਆ ਜਾਂਦਾ। ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ, ਜਿਨ੍ਹਾਂ ਨੇ ਵੀ ਕੋਈ ਸੇਵਾ ਕਰਨੀ ਆ, ਜਿਨ੍ਹਾਂ ਨੇ ਵੀ ਕੋਈ ਸੇਵਾ ਨਿਭਾਉਣੀ ਆ, ਉਹਦੇ ਵਿੱਚ ਇਹ ਨਹੀਂ ਕਿ ਉੱਥੇ ਕੋਈ ਹੋਰ ਆ, ਉੱਥੇ ਤੁਸੀਂ ਖੜ੍ਹੇ ਆ। ਉਹ ਤੁਹਾਨੂੰ ਸਾਡਾ 4 ਜਗ੍ਹਾ ਉਹ ਆਪਣਾ ਲਿਖਿਆ ਜਾਂਦਾ,
ਕੋਈ ਵੀ ਤੁਹਾਨੂੰ ਸ਼ੱਕ ਹੋਵੇ ਉਹਨੂੰ ਤੁਸੀਂ ਦੇਖ ਸਕਦੇ, ਪੜ੍ਹ ਸਕਦੇ। ਜੇ ਤੁਸੀਂ ਕਿਤਾਬਾਂ ਵਾਸਤੇ ਪੈਸੇ ਦਿੱਤੇ ਤੁਹਾਨੂੰ ਰਸੀਦ ਮਿਲੇਗੀ, ਜੇ ਤੁਹਾਨੂੰ ਤੁਸੀਂ ਵਰਦੀਆਂ ਵਾਸਤੇ ਦਿੱਤਾ ਤਾਂ ਤੁਹਾਨੂੰ ਵਰਦੀਆਂ ਦਾ ਪੂਰਾ ਮਤਲਬ ਉਹ ਮਿਲੇਗਾ, ਰਸੀਦ ਮਿਲੇਗੀ। ਤੋ ਜਿੰਨੇ ਵੀ ਬੱਚੇ ਸਾਡੇ ਕੋਲ ਹੈਗੇ ਉਹ ਬੱਚੇ ਉਹ ਆ ਗਰੀਬ ਬੱਚੇ ਇੰਨੀ ਪੜ੍ਹਾਈ ਕਰ ਰਹੇ ਆ ਕਿ ਉਹ ਦੂਸਰਿਆਂ ਬੱਚਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਆ। ਤੋ ਸਾਡਾ ਵੀ ਮਨ ਕਰਦਾ ਕਈ ਵਾਰੀ ਅਸੀਂ ਬੱਚਿਆਂ ਨੂੰ ਦੁੱਧ ਪਿਲਾਈ ਦਾ, ਕਿਉਂਕਿ ਜਦੋਂ ਸਕੂਲ ਪ੍ਰਾਰਥਨਾ ਕਰਦੇ ਡਿੱਗ ਪੈਂਦੇ ਆ। ਅਸੀਂ ਇੱਥੇ ਸੰਗਤਾਂ ਨੂੰ ਬੇਨਤੀ ਕੀਤੀ, ਅਸੀਂ ਸੁਸਾਇਟੀਆਂ ਵੀ ਹੈਗੀਆਂ, ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਨਾ ਕਹਿੰਦੇ ਤੁਸੀਂ ਦੱਸੋ ਜੀ ਉੱਥੇ ਸਕੂਲ 'ਚ ਕੀ ਬਣਾਈਏ। ਅਸੀਂ ਕਿਹਾ ਸਾਨੂੰ ਸ਼ੈੱਡ ਬਣਾ ਦਿਓ ਕਿ ਬੱਚਿਆਂ ਨੂੰ ਉੱਥੇ ਪ੍ਰਾਰਥਨਾ ਕਰਨ ਵਾਸਤੇ। ਅਤੇ ਅੱਜ ਤੱਕ ਸ਼ੈੱਡ ਵੀ ਬਣ ਗਈ, ਸਾਰਾ ਕੁਝ ਬਣ ਗਿਆ, ਪਰ ਇਹਨਾਂ 'ਚੋਂ ਕੋਈ ਨਹੀਂ ਗਿਆ ਬਣਾਉਣ ਵਾਸਤੇ, ਦੇਖਣ ਤੱਕ ਨਹੀਂ ਗਏ। ਅਤੇ ਪੈਸਾ ਤਾਂ ਕਿਸੇ ਨੇ ਕੀ ਦੇਣਾ, ਪਰ ਅਸੀਂ ਕਹਿੰਦੇ ਤੁਸੀਂ ਪੈਸਾ ਨਾ ਦਿਓ, ਸਾਡੇ ਲਈ ਅਰਦਾਸ ਹੀ ਕਰੋ ਕਿ ਇਹ ਜਿਹੜੇ ਪ੍ਰੋਜੈਕਟ ਆ ਇਹ ਕਾਮਯਾਬ ਹੋ ਜਾਣ ਔਰ ਸੰਤ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਬਣੀ ਰਹੇ, ਬੱਚਿਆਂ ਦੀ ਸਾਨੂੰ ਜ਼ਿੰਦਗੀ ਮਿਲੇ, ਉੱਥੋਂ ਜ਼ਿੰਦਗੀ ਆ ਕੇ ਤੁਹਾਨੂੰ ਉਹ ਇੱਥੇ ਆ ਕੇ ਜਿੰਨੇ ਵੀ ਉਹਨਾਂ ਦੀ ਜ਼ਿੰਦਗੀ 'ਚ ਕੁਛ ਮਿਲਿਆ ਹੈ ਉਹ ਤੁਹਾਨੂੰ ਵੀ ਆ ਕੇ ਦਿਖਾਉਣ ਵੀ ਹਾਂ ਅਸੀਂ ਉੱਥੋਂ ਪੜ੍ਹ ਕੇ ਆਏ ਹਾਂ, ਅਸੀਂ ਉੱਥੋਂ ਵਿੱਦਿਆ ਲੈ ਕੇ ਆਏ ਹਾਂ। ਕਈ ਸਾਡੇ ਬੱਚੇ 2005 ਤੋਂ ਜਿਨ੍ਹਾਂ ਨੇ ਕਾਲਜ ਜਿਨ੍ਹਾਂ ਨੇ ਦਾਖਲਾ ਲਿਆ ਔਰ ਉੱਥੋਂ ਅਫੀਸਰ ਬਣੇ, ਉਹ ਲੋਕ ਇਸ ਵੇਲੇ ਅਫਸਰ ਬਣ ਗਏ ਸਾਡੇ ਉੱਥੇ ਪੜ੍ਹਦੇ ਲੋਕ ਬੱਚੇ ਜਿਹੜੇ ਆ। ਅਤੇ ਕਿਉਂ ਨਹੀਂ ਪੜ੍ਹਨਗੇ ਜੇ ਉਹਨਾਂ ਨੂੰ ਲਗਨ ਦੇ ਨਾਲ ਪੜ੍ਹਾਇਆ ਜਾਏਗਾ। ਗੇਮਾਂ ਸਾਡੇ ਕੋਲ ਪੂਰੀਆਂ, ਵਿੱਦਿਆ ਸਾਡੇ ਕੋਲ ਪੂਰੀ ਆ ਔਰ ਅਸੀਂ ਪਿੱਛੇ ਆਪ ਵੀ ਨਜ਼ਰ ਰੱਖਦੇ ਸੀ। ਇੱਕ ਦਿਨ 'ਚ ਇੱਕ ਵਾਰੀ ਜ਼ਰੂਰ ਸਕੂਲ ਜਾਈਦਾ, ਬੱਚੇ ਨੂੰ ਚੈੱਕ ਕਰੀਦਾ ਕਿ ਕੋਈ ਬੱਚਾ ਕਮਜ਼ੋਰ ਤਾਂ ਨਹੀਂ, ਕੋਈ ਬੱਚਾ ਬਿਮਾਰ ਤਾਂ ਨਹੀਂ, ਕੋਈ ਬੱਚੇ ਨੂੰ ਫੀਸਾਂ ਦੇਣ ਤੋਂ ਤਾਂ ਨਹੀਂ ਕੋਈ ਪਰੇਸ਼ਾਨ ਹੋਈ ਕਿਸੇ ਨੂੰ। ਮਤਲਬ ਸਾਰੀ ਤਰ੍ਹਾਂ ਬੱਚਿਆਂ ਨੂੰ ਅਸੀਂ ਕਿਸੇ ਬੱਚੇ ਨਾਲ ਤੁਸੀਂ ਗੱਲਬਾਤ ਕਰ ਲਈਓ ਔਰ ਸਾਰੇ ਬੱਚੇ ਸਾਡੇ ਖੁਸ਼ ਆ। ਇਸ ਕਰਕੇ ਖੁਸ਼ ਆ ਕਿ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹ ਤੁਹਾਡੇ ਕਰਕੇ ਖੜ੍ਹੇ ਆ। ਤੁਸੀਂ ਸੰਗਤ ਸਾਨੂੰ ਆਸ਼ੀਰਵਾਦ ਦਿੰਦੇ ਆ, ਤੁਸੀਂ ਸਾਨੂੰ ਜਾ ਕੇ ਪਿਆਰ ਦਿੰਦੇ ਆ ਅਤੇ ਸਾਡੇ ਬੱਚੇ ਵੀ ਕਾਮਯਾਬ ਆ, ਸਾਡੇ ਪ੍ਰੋਜੈਕਟ ਵੀ ਠੀਕ ਹੈਗੇ ਆ। ਅਤੇ ਅਸੀਂ ਅਰਦਾਸ ਕਰਦੇ ਹਾਂ ਇੱਥੇ ਦੀ ਸੰਗਤ ਲਈ ਵੀ, ਜਿਹੜੇ ਸਾਨੂੰ ਉੱਥੋਂ ਸਹਾਇਤਾ ਕਰਦੇ ਆ ਅਤੇ ਸਾਨੂੰ ਆਪਣੇ ਪੈਸੇ ਵੀ ਭੇਜਦੇ ਆ ਔਰ ਸਾਡੀਆਂ ਬੱਸਾਂ ਨੂੰ ਵੀ ਜੇ ਸਾਨੂੰ ਬੱਸਾਂ ਦੀ ਲੋੜ ਆ ਅਤੇ ਅਸੀਂ ਇੱਥੇ ਦੀ ਸੰਗਤ ਨੂੰ ਬੇਨਤੀ ਕਰੀਏ ਉਹ ਸਾਨੂੰ ਬੱਸਾਂ ਇਸ ਬੇਗਲ ਸਾਹਿਬ ਨਾਲ ਤੁਹਾਡੇ ਪਰਿਵਾਰ ਨੇ ਉੱਥੇ ਦਿੱਤੀਆਂ ਅਤੇ ਬੱਚਿਆਂ ਨੂੰ ਲਿਆਉਣ ਲਿਜਾਣ ਵਾਸਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਅਤੇ ਅੱਜ ਮਾਲਕ ਦੀ ਕਿਰਪਾ, ਸਾਡਾ ਪ੍ਰੋਜੈਕਟ ਬਹੁਤ ਸੁੰਦਰ ਚੱਲ ਰਿਹਾ ਔਰ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਔਰ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹ ਪ੍ਰੋਜੈਕਟ ਜੋ ਹੈ ਇਹ ਗਰੀਬਾਂ ਵਾਸਤੇ ਆ, ਗਰੀਬ ਉਸ ਪ੍ਰੋਜੈਕਟ ਤੋਂ ਲਾਭ ਉਠਾਉਣਗੇ। ਇੱਥੇ ਬੜੀਆਂ ਡੀਂਗਾਂ ਮਾਰ ਰਹੇ ਲੋਕ, ਅਸੀਂ ਆਹ ਕਰਦੇ ਆਹ ਕਰਦੇ, ਜਿਸ ਵੇਲੇ ਉਹ ਦੇਖੀ ਦਾ ਕੁਝ ਵੀ ਨਹੀਂ ਹੁੰਦਾ। ਸੁਸਾਇਟੀਆਂ ਘਰ ਘਰ ਬਣੀਆਂ ਹੋਈਆਂ, ਠੀਕ ਆ ਬਾਬਾ, ਜਥੇਬੰਦੀਆਂ ਘਰ ਘਰ ਬਣੀਆਂ ਹੋਈਆਂ, ਲੇਕਿਨ ਕੰਮ ਕਰਨ ਨੂੰ ਕੋਈ ਨਹੀਂ ਹੈਗਾ। ਤੋ ਕੰਮ ਤਾਂ ਕੀਤਿਆਂ ਹੀ ਹੁੰਦਾ, ਜੇ ਗੱਲਾਂ ਕਰਨ ਦੇ ਨਾਲ ਕੰਮ ਨਹੀਂ ਹੁੰਦੇ। ਆਹ ਦੇਖੋ ਹੁਣ ਐਡਾ ਵੱਡਾ ਪ੍ਰੋਜੈਕਟ ਬਣਾਇਆ, ਇਹਦੇ ਵਿੱਚ ਜੇ ਅਸੀਂ ਕਹੀਏ ਸਾਡਾ ਸਾਰਿਆਂ ਦਾ ਸਹਿਯੋਗ ਹੈਗਾ, ਨਹੀਂ, ਇਹਦੇ ਵਿੱਚ ਵੀ ਉਹ ਕੁਛ ਬੰਦੇ ਆ ਜਿਨ੍ਹਾਂ ਨੇ ਸਹਿਯੋਗ ਦੇ ਕੇ ਐਡਾ ਵੱਡਾ ਪ੍ਰੋਜੈਕਟ ਜੋ KTV ਚੈਨਲ ਤਿਆਰ ਕੀਤਾ 858 ਅਤੇ ਇੰਨਾ ਸੁੰਦਰ ਬਣਾਇਆ ਔਰ ਸੰਗਤਾਂ ਤੱਕ ਅਸੀਂ ਅਰਦਾਸ ਕਰਦੇ ਹਾਂ ਮਾਲਕ ਕਿਰਪਾ ਕਰੇ, ਇਸ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ ਕਰੇ ਔਰ ਇੱਥੇ ਦੇ ਜਿਤਨੇ ਵੀ ਕਰਮਚਾਰੀ ਆ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ, ਆਪਸ ਵਿੱਚ ਮਿਲ ਕੇ ਪਿਆਰ ਨਾਲ ਕੰਮ ਕਰਨ ਅਤੇ ਬਹੁਤ ਤਰੱਕੀ ਕਰ ਸਕਦੇ ਆ। ਅਸੀਂ ਵੀ ਇਹਨਾਂ ਨਾਲ ਸਹਿਯੋਗ ਦੇਵਾਂਗੇ, ਤੁਰਾਂਗੇ। ਜਿਸ ਵੇਲੇ ਸਾਨੂੰ ਕੋਈ ਸੇਵਾ ਦੇਣਗੇ ਅਸੀਂ 24 ਘੰਟੇ ਹਾਜ਼ਰ ਹਾਂ। ਤੋ ਸਾਰਿਆਂ महाराज का फरमान है, मेरा मुझ में कुछ नहीं, जो कुछ है सो तेरा, तेरा तो इसको सौंपया कर लागे मोरा। साध संगत जी, एक हੱਥ ਅਸੀਂ ਦਾਨ ਕਰੀਏ ਤਾਂ ਮਹਾਰਾਜ ਸਾਨੂੰ ਦੂਜੇ ਹੱਥ ਉਸ ਤੋਂ ਵੱਧ ਚੜ੍ਹ ਕੇ ਦਿੰਦਾ ਹੈ। ਉਹ ਕਦੇ ਵੀ ਕਿਸੇ ਦਾ ਜੋ ਦਾਨ ਕੀਤਾ ਆਪਣੇ ਕੋਲ ਨਹੀਂ ਰੱਖਦਾ। ਤਾਂ ਬਾਬਾ ਜੀ, ਇਹ ਆਪ ਜੀ ਦੀ ਬੜੀ ਵੱਡੀ ਦੇਣ ਹੈ ਜੋ ਆਪ ਸੰਗਤਾਂ ਨੂੰ ਉੱਥੇ ਬੈਠੇ ਦੇ ਰਹੇ ਹੋ, ਸਕੂਲ ਦੇ ਵਿੱਚ, ਹਸਪੀਟਲ ਦੇ ਵਿੱਚ, ਹੋਰ ਵੀ ਤਰ੍ਹਾਂ ਦੀਆਂ ਸੇਵਾਵਾਂ। ਤੋ ਸੰਗਤਾਂ ਦਾ ਸਹਿਯੋਗ, ਸੰਗਤਾਂ ਦਾ ਧੰਨਵਾਦ। ਤੋ ਸੰਗਤਾਂ ਵੱਲੋਂ ਆਪ ਜੀ ਦਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਆ ਕੇ ਅੱਜ ਦਰਸ਼ਨ ਦੀਦਾਰੇ ਦਿੱਤੇ ਹਨ। ਔਰ KTV ਜੋ ਚੈਨਲ ਚੱਲੀ ਹੈ 858 ਦੇ ਉੱਤੇ, ਉਸ ਦੇ ਵਿੱਚ ਅੱਜ ਸਟੂਡੀਓ ਦੇ ਵਿੱਚ ਆਪ ਜੀ ਨੇ ਆ ਕੇ ਦਰਸ਼ਨ ਦਿੱਤੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।